ਜੇ ਆਪ ਅਤੇ ਕਾਂਗਰਸ ਦਾ ਗਠਜੋੜ ਹੋ ਜਾਂਦਾ ਹੈ ਤਾਂ ਫਿਰ ਕੁੰਵਰ ਵਿਜੇ ਪ੍ਰਤਾਪ, ਨਵਜੋਤ ਸਿੰਘ ਸਿੱਧੂ ਅਤੇ ਸੁਖਪਾਲ ਸਿੰਘ ਖਹਿਰਾ ਵਾਸਤੇ ਸਥਿਤੀਆਂ ਕਿਹੋ ਜਿਹੀਆਂ ਜਿਹੜੀਆਂ ਉਹ ਰਹਿਣ ਵਾਲੀਆਂ ਨੇ। ਕਿਉਂਕਿ ਅੱਜ ਕੇਂਦਰ ਸਰਕਾਰ ਦੇ ਖਿਲਾਫ ਵਿਰੋਧੀ ਦਲਾਂ ਦੀ ਬੈਠਕ ਹੈ। ਉਹਦੇ ਵਿੱਚ ਕਾਂਗਰਸ ਸਮੇਤ, ਆਮ ਆਦਮੀ ਪਾਰਟੀ ਦੇ ਸਮੇਤ ਵੱਡੀਆਂ ਵਿਰੋਧੀ ਪਾਰਟੀਆਂ ਇਕੱਠੀਆਂ ਹੋਣ ਜਾ ਰਹੀਆਂ ਨੇ ਔਰ ਸੀਟ ਸ਼ੇਅਰਿੰਗ ਨੂੰ ਲੈ ਕੇ ਅੱਜ ਜਿਹੜੀ ਵੱਡੀ ਮੀਟਿੰਗ ਬੈਂਗਲੌਰ ਦੇ ਵਿੱਚ ਹੈਗੀ ਹੈ। ਤੇ ਜੇ ਇਸ ਇਕਜੁੱਟਤਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਸੈਟਿੰਗ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਸਥਿਤੀਆਂ ਕਿਹੋ ਜਿਹੀਆਂ ਬਣਨਗੀਆਂ। ਪੰਜਾਬ ਦੇ ਵਿੱਚ ਨਵਜੋਤ ਸਿੰਘ ਸਿੱਧੂ, ਕੁੰਵਰ ਵਿਜੇ ਪ੍ਰਤਾਪ ਔਰ ਸੁਖਪਾਲ ਸਿੰਘ ਖਹਿਰਾ ਵਾਸਤੇ ਇਹ ਰਾਹ ਕਿਹੋ ਜਿਹਾ ਰਹਿਣ ਵਾਲਾ, ਖਾਸ ਤੌਰ ਤੇ ਅਸੀਂ ਇਸ ਤੇ ਗੱਲ ਕਰਨੀ ਹੈ। ਤਸਵੀਰ ਜਿਹੜੀ ਆ ਕਿਹੋ ਜਿਹੀ ਹੋਊਗੀ। ਉਧਰ ਐਨਡੀਏ ਦੀ ਵੀ ਅੱਜ ਬੈਠਕ ਹੈਗੀ ਹੈ। 38 ਪਾਰਟੀਆਂ ਕਹਿੰਦੇ ਉਹਦੇ ਵਿੱਚ ਸ਼ਾਮਲ ਹੋ ਰਹੀਆਂ ਕੇਂਦਰ ਸਰਕਾਰ ਦੇ ਨਾਲ, ਤਾਂ ਉਹ ਕੀ ਕੁਝ ਕਰਦੇ ਆ, ਗੱਲਬਾਤ ਉਸ ਤੇ ਕਰ ਰਹੀਆਂ। ਉਧਰ ਰਾਜਪਾਲ ਸਾਹਿਬ ਨੇ ਜਿਹੜਾ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਇੱਕ ਸਬਕ ਸਿਖਾਇਆ, ਉਹਦੇ ਵਿੱਚ ਹੁਣ ਭਗਵੰਤ ਮਾਨ ਸਾਹਿਬ ਕੋਲੇ ਕੀ ਰਾਹ ਰਹਿ ਗਿਆ, ਉਹ ਹੁਣ ਕੀ ਕਰਨ ਜਾ ਰਹੇ ਨੇ, ਗੱਲਬਾਤ ਇਸ ਤੇ ਵੀ ਕਰਨੀ ਹੈ। ਤੇ ਉਧਰ ਨਾਲ ਹੀ ਨਾਲ ਐਸਜੀਪੀਸੀ ਦੇ ਅਕਾਊਂਟ ਨੰਬਰ ਨੂੰ ਲੈ ਕੇ ਭਗਵੰਤ ਮਾਨ ਨੇ ਸੁਖਬੀਰ ਬਾਦਲ ਨੂੰ ਘੇਰਿਆ। ਸਿਆਸਤ ਖੂਬ ਪੱਕੀ ਹੈ ਇਸ ਪੂਰੇ ਮਾਮਲੇ ਤੇ ਔਰ ਭਗਵੰਤ ਮਾਨ ਵੀ ਕਰ ਰਹੇ ਨੇ। ਸਾਰੀਆਂ ਖਬਰਾਂ ਤੇ ਵਿਸਤਾਰਪੂਰਵਕ ਚਰਚਾ ਕਰਾਂਗੇ। ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਜੁੜ ਚੁੱਕੇ ਆ। ਸਭ ਤੋਂ ਪਹਿਲਾਂ ਸਵਾਗਤ ਕਰਦਾ ਅਣਖੀ ਸਾਹਿਬ, ਸਵਾਗਤ ਹੈ ਪ੍ਰੋਗਰਾਮ ਵਿੱਚ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅਣਖੀ ਸਾਹਿਬ, ਜੇ ਗਠਜੋੜ ਜਿਹੜਾ ਹੋ ਜਾਂਦਾ ਹੈ ਆਮ ਆਦਮੀ ਪਾਰਟੀ ਦਾ ਔਰ ਕਾਂਗਰਸ ਦਾ, ਜਿਹੜੀ ਵਿਰੋਧੀਆਂ ਦੀ ਪਾਰਟੀ, ਮਾਫ ਕਰਨਾ, ਜਿਹੜੇ ਵਿਰੋਧੀ ਦਲਾਂ ਦੀ ਜਿਹੜੀ ਇੱਕ ਬੈਠਕ ਚੱਲ ਰਹੀ ਹੈ ਅੱਜ ਬੈਂਗਲੌਰ ਦੇ ਵਿੱਚ 11 ਵਜੇ ਹੋਣੀ ਹੈ ਔਰ ਸੀਟ ਸ਼ੇਅਰਿੰਗ ਨੂੰ ਲੈ ਕੇ ਮਾਮਲਾ ਜਿਹੜਾ ਉੱਥੇ ਭਖਣਾ ਹੈ ਜਾਂ ਚੱਲਣਾ ਹੈ ਜਾਂ ਮੀਟਿੰਗ ਦੇ ਵਿੱਚ ਵਿਚਾਰਿਆ ਜਾਣਾ। ਜੇ ਆਪ ਦੀ ਸੈਟਿੰਗ ਉੱਥੇ ਬਹਿ ਜਾਂਦੀ ਹੈ ਤਾਂ ਪੰਜਾਬ ਦੇ ਵਿੱਚ ਸੁਭਾਵਿਕ ਹੈ ਕਿ ਰਲ ਕੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੂੰ ਚੋਣਾਂ ਲੜਨੀਆਂ ਪੈਣਗੀਆਂ। ਤਾਂ ਤਸਵੀਰ ਫਿਰ ਜਿਹੜੀ ਕਿਹੋ ਜਿਹੀ ਰਹਿਣ ਵਾਲੀ ਹੈ, ਖਾਸ ਕਰਕੇ ਕੁੰਵਰ ਵਿਜੇ ਪ੍ਰਤਾਪ ਸਿੰਘ ਜਿਹੜੇ ਕਿ ਕਾਂਗਰਸ ਸਰਕਾਰ ਤੋਂ ਦੁਖੀ ਹੋ ਕੇ ਅਸਤੀਫਾ ਦੇ ਕੇ ਆਮ ਆਦਮੀ ਪਾਰਟੀ ਦੇ ਵਿੱਚ ਆਏ ਸੀਗੇ, ਤੇ ਇੱਥੇ ਵੀ ਇਹ ਜੇ ਹੁਣ ਜਾ ਕੇ ਕਾਂਗਰਸ ਨਾਲ ਰਲ ਜਾਣਗੇ ਫਿਰ ਉਹਨਾਂ ਲਈ ਕੀ ਰਾਹ ਬਚਿਆ। ਤਾਂ ਉਧਰ ਜਿਹੜੇ ਸੁਖਪਾਲ ਸਿੰਘ ਖਹਿਰਾ ਹੋਰੀ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਦੇ ਵਿੱਚ ਗਏ ਸੀ ਤੇ ਇਸ ਵਕਤ ਸਭ ਤੋਂ ਵੱਡੇ ਵਨ ਮੈਨ ਆਰਮੀ ਦੇ ਤੌਰ ਤੇ ਕਾਂਗਰਸ ਦੇ ਵੱਲੋਂ ਜਿਹੜਾ ਆਮ ਆਦਮੀ ਪਾਰਟੀ ਦੇ ਖਿਲਾਫ ਲੜ ਰਹੇ ਆ, ਸੁਖਪਾਲ ਸਿੰਘ ਖਹਿਰਾ ਵਾਸਤੇ ਕੀ ਰਾਹ ਬਚਿਆ ਤੇ ਉਧਰ ਨਵਜੋਤ ਸਿੰਘ ਸਿੱਧੂ ਵਾਸਤੇ ਵੀ ਜਿਹੜਾ ਉਹ ਕੀ ਰਾਹ ਬਚਦਾ ਜੇ ਗਠਜੋੜ ਹੋ ਜਾਂਦਾ ਹੈ, ਕਿਵੇਂ ਦੇਖਦੇ ਜੀ? ਸੁਖਵਿੰਦਰ ਜੀ, ਅੱਜ ਦਾ ਦਿਨ ਕੌਮੀ ਰਾਜਨੀਤੀ ਦੇ ਪ੍ਰਸੰਗ ਦੇ ਵਿੱਚ ਬੜਾ ਮਹੱਤਵਪੂਰਨ ਦਿਨ ਹੈਗਾ, ਜਿੱਥੇ ਵਿਰੋਧੀ ਦਲਾਂ ਵੱਲੋਂ ਬੈਂਗਲੌਰ 'ਚ ਉਹਨਾਂ ਵੱਲੋਂ ਕੀਤੀ ਜਾ ਰਹੀ ਮੀਟਿੰਗ ਦਾ ਅੱਜ ਦੂਸਰਾ ਦਿਨ ਆ। ਉੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਭਾਜਪਾ ਵੱਲੋਂ ਐਨਡੀਏ ਦੀ ਜਿਹੜੀ ਸਰਕਾਰ ਪਾਰਟੀ ਸਹਿਯੋਗੀ ਦਲਾਂ ਵੱਲੋਂ ਉਹਨਾਂ ਵੱਲੋਂ ਵੀ ਅੱਜ ਅਸ਼ੋਕਾ ਹੋਟਲ 'ਚ ਠੀਕ 11 ਵਜੇ ਮੀਟਿੰਗ ਜਿਹੜੀ ਹੋਣੀ ਆ। ਭਾਵ ਦੋਵੇਂ ਧਿਰਾਂ ਜਿਹੜੀਆਂ ਆਪੋ ਆਪਣਾ ਸ਼ਕਤੀ ਪ੍ਰਦਰਸ਼ਨ ਜਿਹੜਾ ਉਹ ਕਰਨਗੀਆਂ। ਜਿਸ ਤਰੀਕੇ ਨਾਲ ਕੱਲ ਵਿਰੋਧੀ ਪਾਰਟੀਆਂ ਦੀ ਮੀਟਿੰਗ ਵਿੱਚ 24 ਦਲ ਜਿਹੜੇ ਆ ਵੱਖ-ਵੱਖ ਇਕੱਠੇ ਹੋਏ ਨੇ, ਦੂਜੇ ਪਾਸੇ ਅੱਜ ਭਾਜਪਾ 30 ਦੀ ਤੇ ਗੱਲ ਕਰਦੀ ਸੀ ਪਹਿਲਾਂ, ਪਰ ਅੱਜ ਉਹਨੇ 38 ਦਲਾਂ ਦੀ ਗੱਲ ਕਰਦੀ ਹੈ ਕਿ 38 ਦਲਾਂ ਦਾ ਉਹਨਾਂ ਨੂੰ ਸਹਿਯੋਗ ਜਿਹੜਾ ਪ੍ਰਾਪਤ ਹੈਗਾ। ਤੇ ਇਹਦੇ ਉੱਤੇ ਚੁਟਕੀ ਲੈਂਦੇ ਮਲਕਾ ਰਾਜਨ ਖੜਗੇ ਨੇ ਇਹ ਗੱਲ ਕਹੀ ਆ ਅਤੇ ਕੇਸੀ ਵੇਣੂਗੋਪਾਲ ਉਹਨਾਂ ਨੇ ਵੀ ਇੰਨੀ ਗੱਲ ਕਹੀ ਹੈ ਕਿ ਇਹ ਉਹ ਪ੍ਰਧਾਨ ਮੰਤਰੀ ਨੇ ਜਿਹੜੇ ਇੰਨੀ ਗੱਲ ਕਹਿੰਦੇ ਰਹੇ ਕਿ ਮੈਂ ਸਾਰੀਆਂ ਤੇ ਭਾਰੂ ਆ, ਸਾਰੀਆਂ ਵਿਰੋਧੀ ਪਾਰਟੀਆਂ ਤੇ ਭਾਰੂ ਆ, ਤੇ ਫਿਰ ਅੱਜ 30 ਤੇ 38 ਫਿਰ ਕਿਵੇਂ ਹੋ ਗਏ। ਤਾਂ ਉਹਨਾਂ ਨੇ ਇਹ ਵੀ ਇਲਜ਼ਾਮ ਲਾਇਆ ਕਿ 38 ਦੇ ਵਿੱਚੋਂ ਕੁਝ ਪਾਰਟੀਆਂ ਅਜਿਹੀਆਂ ਵੀ ਨੇ ਜਿਨ੍ਹਾਂ ਵੱਲੋਂ ਐਨਡੀਏ ਕਰ ਰਹੀ ਹੈ ਦਾਵਾ ਕਿ ਜਿਨ੍ਹਾਂ ਦਾ ਨਾਮ ਚੋਣ ਕਮਿਸ਼ਨ ਕੋਲ ਰਜਿਸਟਰਡ ਨਹੀਂ ਹੈਗਾ। ਸੋ ਦੂਜੇ ਪਾਸੇ ਬੈਂਗਲੌਰ ਦੀ ਮੀਟਿੰਗ ਦੀ ਗੱਲ ਕਰਦੀ ਹੈ ਜਿੱਥੇ ਵਿਰੋਧੀ ਦਲ ਇਕੱਠੇ ਹੋਏ ਨੇ, ਉਹਨਾਂ ਨੇ ਵੀ ਇੱਕ ਬੜਾ ਸਖਤ ਸੁਨੇਹਾ ਸੁਖਵਿੰਦਰ ਜੀ ਨਿਰਪੱਖਤਾ ਦੇ ਸੰਬੰਧ ਵਿੱਚ ਦਿੱਤਾ, ਜਿਸ ਸੰਬੰਧ ਵਿੱਚ ਅਸੀਂ ਕੱਲ 3 ਪਾਰਟੀਆਂ ਦੀ ਗੱਲ ਕੀਤੀ ਸੀ। ਬੀਜੂ ਜਨਤਾ ਦਲ ਦੀ ਗੱਲ ਕੀਤੀ, VRS ਰੈਡੀ ਦੀ ਗੱਲ ਕੀਤੀ ਤੇ BRS ਦੀ ਗੱਲ ਕੀਤੀ ਸੀ ਕਿ ਇਨ 3 ਪਾਰਟੀਆਂ ਨਿਰਪੱਖਤਾ ਕਿੰਨੀ ਅਸੀਂ ਕਿਸੇ ਨਾਲ ਨਹੀਂ ਜਾਣਾ। ਤੇ ਵਿਰੋਧੀ ਦਲਾਂ ਨੇ ਇਹਨਾਂ ਪਾਰਟੀਆਂ ਨੂੰ ਵੀ ਘੇਰੀਆਂ ਕਿ ਇਸ ਵੇਲੇ ਜੇਕਰ ਐਨਡੀਏ ਦਾ ਰਸਤਾ ਰੋਕਣਾ ਜਾਂ ਭਾਜਪਾ ਨੂੰ ਰੋਕਣਾ ਤੇ ਫਿਰ ਨਿਰਪੱਖਤਾ ਕੋਈ ਮੁੱਦਾ ਨਹੀਂ ਰਹਿ ਜਾਂਦੀ, ਆਣ ਕੇ ਇੱਕ ਧਿਰ ਤੁਸੀਂ ਆਣ ਕੇ ਜੁਆਇਨ ਕਰੋ ਜਾਂ ਉਧਰ ਜਾਓ ਜਾਂ ਉਧਰ ਆਓ। ਇੱਕ ਸਖਤ ਸੰਦੇਸ਼ ਜਿਹੜਾ ਨਿਰਪੱਖਤਾ ਦੇ ਸੰਬੰਧ ਦੇ ਵਿੱਚ ਵੀ ਵਿਰੋਧੀ ਧਿਰਾਂ ਦੀ ਜਿਹੜੀ ਕਾਂਗਰਸ ਪਾਰਟੀ ਦੇ ਹੇਠਾਂ ਇਕੱਠੀਆਂ ਹੋਈਆਂ ਨੇ ਉਹਨਾਂ ਨੇ ਇਹ ਗੱਲ ਕਹੀ ਆ। ਦੂਸਰੇ ਬੰਨੇ ਅੱਜ ਉੱਥੇ ਸੀਟ ਸ਼ੇਅਰਿੰਗ ਜਾਂ ਹੋਰ ਮੁੱਦਿਆਂ ਦੀ ਗੱਲਬਾਤ ਹੋਊਗੀ, ਜਿਸ ਤਰੀਕੇ ਨਾਲ ਤੁਸੀਂ ਸਥਿਤੀ ਬਿਆਨ ਕੀਤੀ ਹੈ। ਔਰ ਨਾਲ ਹੀ ਨਾਲ ਸਭ ਤੋਂ ਮਹੱਤਵਪੂਰਨ ਜਿਹੜਾ ਪਦ ਆ ਉਹ ਹੋਵੇਗਾ ਜਿਸ ਤਰੀਕੇ ਨਾਲ UPA ਦੇ ਵਿੱਚ ਆਪਣੇ ਸੋਨੀਆ ਗਾਂਧੀ ਹੋਣਾ ਕੋਲ ਸੀ ਪਦ ਸੰਯੋਜਕ ਦਾ, ਉਹ ਪਦ ਦੀ ਗੱਲ ਵੀ ਹੋ ਸਕਦੀ ਆ। ਤੇ ਕਹਿੰਦੇ ਨੇ ਕਿ ਕਾਂਗਰਸ ਪਹਿਲਾਂ ਤਾਂ ਉਹਦੀ ਦਿਲੀ ਇੱਛਾ ਇਹੋ ਹੀ ਆ ਕਿ ਇਹ ਜਿਹੜਾ ਸੰਯੋਜਕ ਦਾ ਪਦ ਆ ਉਹ ਉਹਨਾਂ ਸੋਨੀਆ ਗਾਂਧੀ ਕੋਲ ਹੀ ਰਹੇ, ਕਿਉਂਕਿ ਸੋਨੀਆ ਗਾਂਧੀ ਹੁਣੀ ਜੇਕਰ UPA ਦੀ ਚੇਅਰਪਰਸਨ ਬਣਦੇ ਨੇ ਤਾਂ ਫਿਰ ਕਿਸੇ ਵੀ ਸੂਰਤ ਵਿੱਚ ਪ੍ਰਧਾਨ ਮੰਤਰੀ ਦੇ ਉਹਦੇ ਵਾਸਤੇ ਉਹ ਨਹੀਂ ਹੋਣਗੇ ਤੇ ਨਾ ਹੀ ਉਹ ਮੰਗ ਕਰਨਗੇ। ਇਸ ਗੱਲ ਤੇ ਸਾਰੇ ਵਿਰੋਧੀ ਦਲ ਇਕੱਠੇ ਹੋ ਸਕਦੇ ਆ ਤੇ ਇਸ ਗੱਲ ਤੇ ਸਹਿਮਤੀ ਵੀ ਪ੍ਰਗਟਾਈ ਜਾ ਸਕਦੀ ਹੈ। ਪਰ ਕਹਿੰਦੇ ਕਿ ਜੇਕਰ ਵਿਰੋਧੀ ਦਲਾਂ ਨੂੰ
ਸੋਨੀਆ ਗਾਂਧੀ ਦੇ ਚੇਅਰਪਰਸਨ ਬਣਨ ਤੇ ਇਤਰਾਜ਼ ਹੋਇਆ ਤਾਂ ਕਾਂਗਰਸ ਇਸ ਮੰਗ ਤੋਂ ਪਿੱਛੇ ਵੀ ਹਟ ਸਕਦੀ ਹੈ। ਭਾਵ ਕਾਂਗਰਸ ਹਰ ਹਾਲਤ ਵਿੱਚ 2024 ਦੀਆਂ ਚੋਣਾਂ ਇਸ ਗੱਠਜੋੜ ਨਾਲ ਰਲ ਕੇ ਲੜਨਾ ਚਾਹੁੰਦੀ ਆ ਤਾਂ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਿਹੜਾ ਵਿਜੇ ਰਥ ਆ 2014 ਤੇ 2019 ਵਾਲਾ ਉਸ ਨੂੰ ਡੱਕਿਆ ਜਾ ਸਕੇ। ਭਾਵ ਕਾਂਗਰਸ ਪਾਰਟੀ ਹਰ ਤਰੀਕੇ ਦੀ ਜਿਹੜੀ ਇਸ ਵੇਲੇ ਕੁਰਬਾਨੀ ਕਰਨ ਦੀ ਮੂਡ ਦੇ ਵਿੱਚ ਹੈਗੀ ਆ। ਬੇਸ਼ੱਕ ਉਹ ਭਾਰਤ ਵਿੱਚ ਦੂਜੀ ਵੱਡੀ ਪਾਰਟੀ ਹੈ। ਇਹ ਗੱਲ ਮੈਂ ਤਾਂ ਤੁਹਾਨੂੰ ਗਣਾਇਆ ਕਿ ਕਿਉਂਕਿ ਤੁਹਾਡਾ ਪ੍ਰਸ਼ਨ ਜਿਹੜਾ ਸਿੱਧਾ ਉਹ ਕਾਂਗਰਸ ਔਰ ਆਮ ਆਦਮੀ ਪਾਰਟੀ ਦੇ ਆਪਸੀ ਸਹਿਯੋਗ ਦਾ ਹੈਗਾ। ਕਿਉਂਕਿ ਜਿਸ ਦਿਨ ਆਮ ਆਦਮੀ ਪਾਰਟੀ ਨੇ ਪਹਿਲਾਂ ਇਹ ਸ਼ਰਤ ਰੱਖੀ ਕਿ ਜੇਕਰ ਕਾਂਗਰਸ ਦਿੱਲੀ ਆਰਡੀਨੈਂਸ ਦੇ ਹੱਕ ਦੇ ਵਿੱਚ ਉਸ ਦਾ ਸਮਰਥਨ ਕਰੇਗੀ ਉਹ ਫਿਰ ਹੀ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ। ਪਟਨਾ ਦੇ ਵਿੱਚ ਜਿਹੜੀ ਮੀਟਿੰਗ ਹੋਈ ਤਾਂ ਉਸ ਵਕਤ ਪੰਜਾਬ ਇਕਾਈ ਦੇ ਬੜੇ ਲੀਡਰ ਸਨ ਜਿਨ੍ਹਾਂ ਨੇ ਜਾ ਕੇ ਕਿਹਾ ਕਿ ਨਹੀਂ, ਕਾਂਗਰਸ ਨੂੰ ਸਮਰਥਨ ਨਹੀਂ ਦੇਣਾ ਚਾਹੀਦਾ। ਤੇ ਮੈਂ ਤੁਹਾਡੇ ਨਾਲ ਹੀ ਪ੍ਰੋਗਰਾਮ ਕਰ ਰਿਹਾ ਸੀ ਤਾਂ ਤੁਸੀਂ ਇੰਨੀ ਗੱਲ ਕਹੀ ਕਿ ਇਹਨਾਂ ਲੀਡਰਾਂ ਨੂੰ ਉੱਤੇ ਕੌਮੀ ਰਾਜਨੀਤੀ 'ਚ ਸ਼ਾਇਦ ਕੋਈ ਨਹੀਂ ਪੁੱਛਦਾ ਹੁੰਦਾ, ਇਹ ਜੋ ਮਰਜ਼ੀ ਕਹਿਣ। ਸ਼ਾਇਦ ਲਾਲ ਸਿੰਘ ਗੱਲ ਇਸ ਤਰ੍ਹਾਂ ਦੀ ਗੱਲ ਹੋਈ ਸੀ। ਤਾਂ ਉਹੀ ਵੇਖ ਲਓ ਪ੍ਰਤੀਕਰਮ ਹੋਇਆ। ਉਹ ਕਾਂਗਰਸ ਪਾਰਟੀ ਜਿਸ ਦੇ ਸੰਬੰਧੀ ਇਹ ਗੱਲ ਕਹੀ ਜਾ ਰਹੀ ਸੀ ਕਿ ਸ਼ਾਇਦ ਉਹ ਸਮਰਥਨ ਨਾ ਦੇਵੇ ਕਿਉਂਕਿ ਰਾਹੁਲ ਗਾਂਧੀ ਨੇ ਅਰਵਿੰਦ ਕੇਜਰੀਵਾਲ ਨੂੰ ਮਿਲਣ ਦਾ ਟਾਈਮ ਨਹੀਂ ਸੀ ਦਿੱਤਾ, ਉਸ ਵੇਲੇ ਬੜੀਆਂ ਕਿਆਸਰਾਈਆਂ ਹੋਈਆਂ। ਖੈਰ ਬੀਤੇ ਦਿਨ ਉਹਨਾਂ ਨੇ ਸਮਰਥਨ ਦੇਣ ਦਾ ਐਲਾਨ ਕਰਤਾ ਤੇ ਅਰਵਿੰਦ ਕੇਜਰੀਵਾਲ ਹੁਣੀ ਉਸ ਮੀਟਿੰਗ ਦੇ ਵਿੱਚ ਸ਼ਾਮਲ ਹੋ ਗਏ ਤੇ ਇਸ ਵੇਲੇ ਉਹ ਬੈਂਗਲੌਰ ਦੇ ਵਿੱਚ ਨੇ। ਹੁਣ ਮੈਂ ਤੁਹਾਡੇ ਪ੍ਰਸ਼ਨ ਵੱਲ ਆਉਣਾ। ਇਹ ਭੂਮਿਕਾ ਮੈਂ ਤਾਂ ਬੰਨੀ ਹੈ ਕਿਉਂਕਿ ਜ਼ਰੂਰੀ ਹੈ ਕਿ ਸਥਿਤੀਆਂ ਆਪਾਂ ਆਪਣੇ ਦਰਸ਼ਕਾਂ ਨੂੰ ਸਪਸ਼ਟ ਕਰ ਸਕੀਏ। ਤੁਹਾਡਾ ਪ੍ਰਸ਼ਨ ਸਿੱਧਾ ਪੰਜਾਬ ਦੀ ਰਾਜਨੀਤੀ ਨਾਲ ਸੰਬੰਧਿਤ ਆ। ਪੰਜਾਬ ਦੀ ਰਾਜਨੀਤੀ ਨਾਲ ਵੀ ਨਾ ਗੱਲ ਕਰੀਏ, ਤਿੰਨ ਚਿਹਰਿਆਂ ਦੀ ਗੱਲ ਕੀਤੀ ਹੈ ਜਿਨ੍ਹਾਂ ਵਿੱਚ ਇੱਕ ਵਿਜੇ ਪ੍ਰਤਾਪ ਸਿੰਘ ਹੈ, ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਨੇ, ਤੀਜੇ ਪਾਸੇ ਸੁਖਪਾਲ ਸਿੰਘ ਖਹਿਰਾ ਨੇ। ਜੇਕਰ ਉੱਪਰ ਇਹ ਗੱਠਜੋੜ ਹੁੰਦਾ ਤਾਂ ਫਿਰ ਪੰਜਾਬ ਦੀ ਰਾਜਨੀਤੀ ਤੇ ਉੱਤੇ ਇਸ ਦਾ ਕੀ ਪ੍ਰਭਾਵ ਪਏਗਾ। ਜੇ ਤਾਂ ਤੁਸੀਂ ਸੁਖਵਿੰਦਰ ਜੀ ਇਹਨਾਂ ਤਿੰਨਾਂ ਲੀਡਰਾਂ ਦੀ ਗੱਲ ਕਰਦੇ ਜੀ, ਇਹ ਤਿੰਨ ਲੀਡਰਾਂ ਦੀ ਗੱਲ ਤਿੰਨਾਂ ਉਸ ਸੰਬੰਧ ਵਿੱਚ ਦੋ ਜਿਹੜੇ ਇੱਕ ਪਾਰਟੀ ਨਾਲ ਸੰਬੰਧਿਤ ਨੇ, ਸੁਖਪਾਲ ਸਿੰਘ ਖਹਿਰਾ ਤੇ ਨਵਜੋਤ ਸਿੰਘ ਸਿੱਧੂ। ਇਹ ਉਹ ਦੋ ਲੀਡਰ ਨੇ ਸੁਖਵਿੰਦਰ ਜੀ ਜਿਹੜੇ ਬੀਤੇ ਲੰਮੇ ਸਮੇਂ ਤੋਂ ਆਪਣੀ ਨਵਜੋਤ ਸਿੰਘ ਸਿੱਧੂ ਦੀ ਗੱਲ ਕਰਦੇ ਪਹਿਲਾਂ ਤਾਂ ਨਵਜੋਤ ਸਿੰਘ ਸਿੱਧੂ ਆਪਣੀ ਹੀ ਪਾਰਟੀ ਤੋਂ ਥੋੜੀ ਵਿੱਥ ਬਣਾ ਕੇ ਚੱਲਦੇ ਪਏ ਨੇ। ਸੁਖਪਾਲ ਸਿੰਘ ਖਹਿਰਾ ਕਾਂਗਰਸ ਦੇ ਚੁਣੇ ਹੋਏ ਵਿਧਾਇਕ ਨੇ, ਦੂਸਰੀ ਜਿਹੜੇ ਚੁਣੇ ਹੋਏ ਵਿਧਾਇਕ ਨੇ ਵਨ ਮੈਨ ਆਰਮੀ ਦੇ ਵਜੋਂ ਉਹ ਜਾਣੇ ਜਾ ਰਹੇ ਨੇ ਤੇ ਇਸ ਵੇਲੇ ਸਭ ਤੋਂ ਵੱਡੀ ਸਿਰਦਰਦੀ ਜੇਕਰ ਭਗਵੰਤ ਮਾਨ ਦੀ ਸਰਕਾਰ ਵਾਸਤੇ ਬਣੇ ਨੇ ਤਾਂ ਸਿਰਫ ਤੇ ਸਿਰਫ ਸੁਖਪਾਲ ਸਿੰਘ ਖਹਿਰਾ ਨੇ। ਪਰ ਦੂਜੇ ਪਾਸੇ ਟ੍ਰੈਜੇਡੀ ਇਹ ਆ ਕਿ ਉਹਨਾਂ ਨੂੰ ਕਦੇ ਵੀ ਕਾਂਗਰਸੀ ਵਿਧਾਇਕਾਂ ਦਾ ਜਿਹੜਾ ਸਾਥ ਆ ਉਹ ਕਦੇ ਨਹੀਂ ਮਿਲਿਆ। ਇਸ ਕਰਕੇ ਉਹ ਵੀ ਬਿਲਕੁਲ ਪਾਰਟੀ ਤੋਂ ਇੱਕ ਕਿਸਮ ਦਾ ਅਲੱਗ ਥਲੱਗ ਪਏ ਨੇ। ਤੇ ਜੇਕਰ ਕਾਂਗਰਸ ਦੇ ਵਿੱਚੋਂ ਆਪਾਂ ਅਕਸਰ ਇਹ ਵੀ ਦੱਸ ਦਈਏ ਕਿ ਕਾਂਗਰਸ ਦੇ ਵਿੱਚੋਂ ਇਹਨਾਂ ਦੋ ਲੋਕਾਂ ਦੀ ਅਸੀਂ ਗੱਲ ਤਾਂ ਕੀਤੀ ਹੈ ਕਿਉਂਕਿ ਸਿੱਧੂ ਤੇ ਖਹਿਰਾ ਜਿਹੜੇ ਉਹ ਹੋਰ ਕਿਸਮ ਦੇ ਲੀਡਰ ਨੇ ਔਰ ਬੇਦਾਗ ਵੀ ਨੇ, ਔਰ ਦੂਜੇ ਜਿਹੜੇ ਲੀਡਰ ਨੇ ਉਹਨਾਂ ਨੂੰ ਤਾਂ ਘੱਟੋ ਘੱਟ ਚਲੋ ਇਹ ਹੋ ਜਾਣਾ ਵੀ ਚਲੋ ਠੀਕ ਹੈ ਜੇ ਗੱਠਜੋੜ ਹੋ ਗਿਆ ਤੇ ਚਲੋ ਭਾਈ ਸਾਡੇ ਜਿਹੜੀਆਂ ਵਿਜੀਲੈਂਸ ਦੇ ਕੋਲ ਇਨਕੁਆਇਰੀ ਜਿਹੜੀ ਚੱਲ ਰਹੀ ਉਹ ਬਾਜੂਗੀ, ਚਲੋ ਭਗਵੰਤ ਮਾਨ ਦੀ ਦ੍ਰਿਸ਼ਟੀ ਜਿਹੜੀ ਕਹਿਰਵਾਨ ਹੋਈ ਹੈ ਅੱਜ ਕੱਲ ਉਹਦੇ ਤੋਂ ਬਚ ਜਾਗੇ। ਪਰ ਇਹਨਾਂ ਦੋ ਲੀਡਰਾਂ ਨੂੰ ਤਾਂ ਡਰ ਹੀ ਕੋਈ ਨਹੀਂ ਕਿਸੇ ਚੀਜ਼ ਦਾ। ਤਾਂ ਇਹ ਲਗਾਤਾਰ ਸਿਰਦਰਦੀ ਬਣਿਆ ਖਾਸ ਕਰਕੇ ਸੁਖਪਾਲ ਸਿੰਘ ਖਹਿਰਾ ਔਰ ਉਹਨਾਂ ਦੇ ਵਾਸਤੇ ਫਿਰ ਰਾਹ ਕੀ ਬਾਜੂਗਾ ਹਨਾ। ਤੇ ਦੂਜੇ ਪਾਸੇ ਕੁਮਰ ਵਿਜੇ ਪ੍ਰਤਾਪ ਦੇ ਵਾਸਤੇ ਵੀ ਇੱਕ ਵੱਖਰੀ ਕਿਸਮ ਦੀ ਸਥਿਤੀ ਜਿਹੜੀ ਬਣਦੀ ਨਜ਼ਰ ਆ ਰਹੀ ਹੈ। ਬਿਲਕੁਲ ਉਹਨਾਂ ਦੀ ਸਥਿਤੀ ਆਪਾਂ ਬਾਅਦ ਚ ਬਿਆਨ ਕਰਦੇ, ਪਹਿਲਾਂ ਇਹਨਾਂ ਦੋ ਲੀਡਰਾਂ ਦਾ ਵਿਸ਼ਲੇਸ਼ਣ ਜਿਹੜਾ ਕਰ ਲਈਏ। ਤੇ ਜਿਸ ਤਰੀਕੇ ਨਾਲ ਸਿਰਦਰਦੀ ਬਣੀ ਤੇ ਨਵਜੋਤ ਸਿੰਘ ਸਿੱਧੂ ਇੱਕ ਵਿੱਥ ਬਣਾ ਕੇ ਚੱਲਦੇ ਪਏ ਨੇ, ਕਾਂਗਰਸ ਮਾਫ ਕਰਦਾ ਆਮ ਆਦਮੀ ਪਾਰਟੀ ਨਵਜੋਤ ਸਿੰਘ ਸਿੱਧੂ ਨੂੰ ਤਾਂ ਸ਼ਾਇਦ ਆਪਣੇ ਘੇਰੇ ਵਿੱਚ ਬਣਾ ਸਕਦੀ ਹੈ ਕਿਸੇ ਤਰੀਕੇ ਨਾਲ, ਜਿਸ ਤਰੀਕੇ ਨਾਲ ਭਗਵੰਤ ਮਾਨ ਔਰ ਮੁੱਖ ਮੰਤਰੀ ਸਾਹਿਬ ਦੇ ਮੁੱਖ ਮੰਤਰੀ ਤੇ ਨਵਜੋਤ ਸਿੰਘ ਸਿੱਧੂ ਦੇ ਬੀਤੇ ਦੌਰ 'ਚ ਸੰਬੰਧ ਰਹੇ ਨੇ। ਤਾਂ ਕਿਸੇ ਵੀ ਮੌਕੇ ਤੇ ਉਹ ਮੇਲ ਤਾਂ ਮੰਨਿਆ ਜਾ ਸਕਦਾ ਕਿ ਕਿਸੇ ਤਰੀਕੇ ਨਾਲ ਇੱਕ ਦੂਜੇ ਨੂੰ ਮਿਲ ਕੇ ਗੱਲ ਜਿਹੜੇ ਮਨਾਂ 'ਚ ਪਏ ਸ਼ੰਕੇ ਨੇ ਉਹਨਾਂ ਨੂੰ ਦੂਰ ਕੀਤਾ ਜਾ ਸਕਦਾ। ਪਰ ਜੇਕਰ ਸੁਖਪਾਲ ਸਿੰਘ ਖਹਿਰੇ ਦੇ ਸੰਬੰਧ ਵਿੱਚ ਗੱਲ ਕਰਾਂ ਤਾਂ ਸੁਖਪਾਲ ਸਿੰਘ ਖਹਿਰਾ ਕਿਸੇ ਵੀ ਸੂਰਤ ਵਿੱਚ ਆਮ ਆਦਮੀ ਪਾਰਟੀ ਦੇ ਉਸ ਫਰੇਮ ਵਿੱਚ ਕਦੇ ਵੀ ਨਹੀਂ ਆਉਣਗੇ ਤੇ ਨਾ ਹੀ ਕਦੇ ਉਹ ਲੈਣਗੇ ਕਿਉਂਕਿ ਇਹ ਉਹਨਾਂ ਦੇ ਵਿੱਚੋਂ ਹੀ ਗਏ ਹੋਏ ਨੇ। ਤੇ ਜਿਸ ਤਰੀਕੇ ਨਾਲ ਇਹਨਾਂ ਬਾਕੀ ਇਹ ਵੀ ਗੱਲ ਕਰਦਾ ਕਿ ਰਾਜਨੀਤੀ ਦੇ ਵਿੱਚ ਕਦੇ ਵੀ ਕੁਝ ਸੰਭਵ ਜਿਹੜਾ ਸ਼ਬਦ ਨਹੀਂ ਹੁੰਦਾ, ਪਰ ਜਿਹੜੀਆਂ ਸਥਿਤੀਆਂ ਨੇ ਕਿਉਂਕਿ ਆਮ ਆਦਮੀ ਪਾਰਟੀ ਵਾਸਤੇ ਜਿਸ ਤਰੀਕੇ ਨਾਲ ਸੁਖਪਾਲ ਸਿੰਘ ਖਹਿਰਾ ਸਿਰਦਰਦੀ ਬਣੇ ਹੋਏ ਨੇ ਤੇ ਇਹ ਉਸੇ ਪਾਰਟੀ ਦੇ ਵਿੱਚੋਂ ਆਏ ਨੇ, ਤਾਂ ਅਜਿਹੀ ਸੂਰਤ ਵਿੱਚ ਮੇਰਾ ਨਹੀਂ ਖਿਆਲ ਕਿ ਸੁਖਪਾਲ ਸਿੰਘ ਖਹਿਰੇ ਦੇ ਮੁੱਦੇ ਦੇ ਉੱਤੇ ਕੋਈ ਅਜਿਹਾ ਸਮਝੌਤਾ ਹੋਵੇ ਜਿਹੜਾ ਆਮ ਆਦਮੀ ਪਾਰਟੀ ਨੂੰ ਵੀ ਮਨਜ਼ੂਰ ਹੋਵੇ ਤੇ ਦੂਜੇ ਪਾਸੇ ਸੁਖਪਾਲ ਸਿੰਘ ਖਹਿਰੇ ਨੂੰ ਵੀ ਮਨਜ਼ੂਰ ਹੋ। ਤਾਂ ਅਜਿਹੀ ਸਥਿਤੀ ਦੇ ਵਿੱਚ ਸੁਖਵਿੰਦਰ ਜੀ ਫਿਰ ਕਾਂਗਰਸ ਪਾਰਟੀ ਛੱਡਣ ਤੋਂ ਇਲਾਵਾ ਕੋਈ ਚਾਰਾ ਜਿਹੜਾ ਉਹ ਰਹਿ ਨਹੀਂ ਜਾਂਦਾ ਕਿਉਂਕਿ ਜੇਕਰ ਸ਼ਰਤਾਂ ਕਾਂਗਰਸ ਪਾਰਟੀ ਲਾਊਗੀ ਤਾਂ ਦੂਜੇ ਪਾਸੇ ਆਮ ਆਦਮੀ ਪਾਰਟੀ ਵੀ ਕੁਝ ਅਜਿਹੀਆਂ ਸ਼ਰਤਾਂ ਕਾਂਗਰਸ ਦੇ ਅੱਗੇ ਰੱਖ ਸਕਦੀ ਹੈ ਜਿਹਦੇ ਵਿੱਚ ਸੁਖਪਾਲ ਸਿੰਘ ਖਹਿਰੇ ਨੂੰ ਸਾਈਡਲਾਈਨ ਕੀਤਾ ਜਾ ਸਕੇ, ਜਿਹੜੀਆਂ ਸਥਿਤੀਆਂ ਬਣਦੀਆਂ ਨੇ। ਤੇ ਨਵਜੋਤ ਸਿੰਘ ਸਿੱਧੂ ਦੇ ਪ੍ਰਸੰਗ ਦੇ ਵਿੱਚ ਤਾਂ ਇਹ ਗੱਲ ਕਲੀਅਰ ਆ ਕਿ ਉਸ ਵਿਅਕਤੀ ਨੇ ਮੁੱਦਿਆਂ ਦੀ ਗੱਲ ਕੀਤੀ ਹੈ। ਇਹ ਨਵਜੋਤ ਸਿੰਘ ਸਿੱਧੂ ਉਹੀ ਬੰਦਾ ਕਿ ਜਿਸ ਦਿਨ ਸਾਰੀ ਕਾਂਗਰਸ ਪੰਜਾਬ ਦੀ ਕਾਂਗਰਸ ਇਸ ਦਿੱਲੀ ਆਰਡੀਨੈਂਸ ਦੇ ਵਿਰੋਧ 'ਚ ਖਲੋਤੀ ਸੀ ਤਾਂ ਨਵਜੋਤ ਸਿੰਘ ਸਿੱਧੂ ਨੇ ਬਾਹਰ ਆਣ ਕੇ ਇੰਨੀ ਗੱਲ ਕਹੀ ਸੀ ਕਿ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਇਸ ਆਰਡੀਨੈਂਸ ਦਾ ਮਤਲਬ ਵਿਰੋਧ ਵਿੱਚ ਖਲੋਣਾ ਚਾਹੀਦਾ। ਇਹ ਦਿੱਲੀ ਦੀ ਗੱਲ ਆ।
ਸੋ ਨਵਜੋਤ ਸਿੰਘ ਸਿੱਧੂ ਉਸ ਫਰੇਮ ਦੇ ਵਿੱਚ ਸੈੱਟ ਨਹੀਂ ਕੀਤੇ ਜਾ ਸਕਦੇ ਨੇ, ਨਹੀਂ ਸਮਝਾਏ। ਪਰ ਉਹਨਾਂ ਨੇ ਇਹ ਵੀ ਗੱਲ ਕਹੀ ਸੀ ਨਾ, ਜਿੱਥੇ ਵਿਚਾਰਕ ਮਤਭੇਦ ਹੋਣ ਉੱਥੇ ਕਿਸੇ ਤਰੀਕੇ ਦੀ ਸਾਂਝ ਨਹੀਂ ਪੈਂਦੀ। ਉਹਨਾਂ ਨੇ ਇਹ ਵੀ ਗੱਲ ਜੀ ਕਹੀ ਸੀ ਆਮ ਆਦਮੀ ਪਾਰਟੀ ਦੇ ਸੰਬੰਧ ਦੇ ਵਿੱਚ। ਜੀ ਬਿਲਕੁਲ ਬਿਲਕੁਲ, ਵਿਚਾਰਕ ਉਹਨਾਂ ਨੂੰ ਮਤ, ਪਰ ਜਿਹੜੀ ਉੱਪਰਲੀ ਮੈਂ ਗੱਲ ਤਾਂ ਕਰਕੇ ਕੋਟ ਕੀਤੀ ਆਰਟੀਕਲ ਕਿ ਦੇ ਉਹਨਾਂ ਨੇ ਹੱਕ ਦੇ ਵਿੱਚ ਜਾਣਾ ਜਾਂ ਆਰਟੀਕਲ ਦੇ ਵਿਰੋਧ ਦੇ ਵਿੱਚ ਜਾਣਾ ਉਹ ਇੱਕ ਵੱਖਰੀ ਚੀਜ਼ ਹੈ। ਹੁਣ ਜਿੱਥੇ ਗੱਠਜੋੜ ਹੋ ਜਾਣਾ ਉਹ ਇੱਕ ਵੱਖਰੀ ਚੀਜ਼ ਹੈ। ਬਿਲਕੁਲ ਬਿਲਕੁਲ, ਜਿੱਥੇ ਗੱਠਜੋੜ, ਫਿਰ ਤਾਂ ਸੁਖਵਿੰਦਰ ਜੀ ਕੁਝ ਨਾ ਕੁਝ ਲੈਣ ਦੇਣ ਤਾਂ ਜਿਹੜੀਆਂ ਸੀਟਾਂ ਦੀ ਜਿਹੜੀ ਗੱਲਬਾਤ ਹੁੰਦੀ ਹੈ, ਜੇਕਰ ਉਸ ਪ੍ਰਸੰਗ ਦੀ ਗੱਲ ਕਰ ਦਈਏ, ਫਿਰ ਜੇਕਰ ਇਸ ਤੋਂ ਅੱਗੇ ਆਣ ਕੇ ਗੱਲ ਕਰੀਏ ਸੁਖਪਾਲ ਸਿੰਘ ਖਹਿਰਾ ਜਾਂ ਨਵਜੋਤ ਸਿੰਘ ਸਿੱਧੂ ਤੋਂ ਅਗਲੀ ਕਬਰ ਵਿਜੇ ਪ੍ਰਤਾਪ ਸਿੰਘ ਦੀ ਗੱਲ ਕਰੀਏ, ਤਾਂ ਕਬਰ ਵਿਜੇ ਪ੍ਰਤਾਪ ਸਿੰਘ ਹੁਣੀ ਵੀ ਉਸੇ ਤਰੀਕੇ ਨਾਲ ਹੀ ਆ ਜਿਸ ਤਰੀਕੇ ਨਾਲ ਆਪਣੀ ਉਹ ਪਾਰਟੀ ਦੀਆਂ ਕਮੀਆਂ ਜਾਂ ਖਾਮੀਆਂ ਨੂੰ ਉਹ ਬਾਰ-ਬਾਰ ਗਿਣ ਕੇ ਆਪਣੀ ਹੀ ਸਰਕਾਰ ਨੂੰ ਕਈ ਵਾਰੀ ਨਿਸ਼ਾਨਾ ਬਣਾਉਂਦੇ ਨਜ਼ਰ ਆਉਂਦੇ ਨੇ, ਬਿਲਕੁਲ ਜਿਸ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਬੀਤੇ ਦੌਰ 'ਚ ਕਰਦੇ ਰਹੇ ਆ। ਤਾਂ ਕੁਦਰਤੀ ਤੌਰ ਤੇ ਜਿਸ ਤਰੀਕੇ ਨਾਲ ਓਮ ਪ੍ਰਕਾਸ਼ ਸੋਨੀ ਨੂੰ ਉਹਨਾਂ ਨੇ ਜਾਂਚ ਦੇ ਘੇਰੇ ਵਿੱਚ ਲਿਆਂਦਾ, ਤੇ ਹੁਣ ਓਪੀ ਸੋਨੀ ਇਸ ਵੇਲੇ ਵਿਜੀਲੈਂਸ ਤੇ ਗ੍ਰਿਫਤਾਰ ਨੇ ਤੇ ਇਸ ਵੇਲੇ ਹਸਪਤਾਲ 'ਚ ਦਾਖਲ ਨੇ, ਤਾਂ ਇਹੋ ਜਿਹੀ ਸਥਿਤੀ ਦੇ ਵਿੱਚ ਕਬਰ ਵਿਜੇ ਪ੍ਰਤਾਪ ਸਿੰਘ ਵਾਸਤੇ ਵੀ ਬਹੁਤ ਔਖੀ ਸਥਿਤੀ ਹੋਵੇਗੀ ਕਿ ਉਹੀ ਕਾਂਗਰਸੀ ਦੇ ਸਾਬਕਾ ਮੰਤਰੀ ਜਾਂ ਨੇਤਾਵਾਂ ਦੇ ਜਿਨ੍ਹਾਂ ਦੇ ਖਿਲਾਫ ਉਹ ਤੱਥਾਂ ਸਹਿਤ ਗੱਲ ਕਰਦੇ ਰਹੇ ਨੇ, ਉਹਨਾਂ ਦੀ ਕਰਪਸ਼ਨ ਨੂੰ ਨੰਗਿਆ ਕਰਦੇ ਰਹੇ ਨੇ, ਤੇ ਫਿਰ ਉਹਨਾਂ ਦੇ ਮਿਲ ਕੇ ਕਿਵੇਂ ਚੱਲਣਗੇ, ਇਹ ਵੀ ਇੱਕ ਬੜਾ ਵੱਡਾ ਜਿਹੜਾ ਪ੍ਰਸ਼ਨ ਜਿਹੜਾ ਸੁਖਵਿੰਦਰ ਜੀ ਉਹ ਪੈਦਾ ਹੁੰਦਾ। ਬਾਕੀ ਇੱਕ ਗੱਲ ਇਹਦੇ ਨਾਲ ਮੈਂ ਹੋਰ ਗੱਲ ਕਰ ਲਵਾਂ, ਇਹਨਾਂ ਤਿੰਨ ਲੀਡਰਾਂ ਤੋਂ ਬਾਅਦ 'ਚ ਜੇਕਰ ਪੰਜਾਬ ਕਾਂਗਰਸ ਦੀ ਔਰ ਆਮ ਆਦਮੀ ਪਾਰਟੀ ਦੇ ਗੱਠਜੋੜ ਦੀ ਸੁਖਵਿੰਦਰ ਜੀ ਗੱਲ ਕਰੋ, ਤਾਂ ਜ਼ਰੂਰੀ ਨਹੀਂ ਆ ਕਿ ਇਹ ਗੱਠਜੋੜ ਪੰਜਾਬ ਦੇ ਉੱਤੇ ਵੀ ਲਾਗੂ ਹੋਵੇ, ਕਿਉਂਕਿ ਜਿਸ ਤਰੀਕੇ ਨਾਲ ਅਕਾਲੀ ਭਾਜਪਾ ਗੱਠਜੋੜ ਰਿਹਾ, ਅਕਾਲੀ ਭਾਜਪਾ ਗੱਠਜੋੜ ਦਿੱਲੀ ਦੀ ਜਦੋਂ ਭਾਰਤ ਵਿੱਚ ਚੋਣਾਂ ਹੁੰਦੀਆਂ ਸੀ ਉਦੋਂ ਗੱਠਜੋੜ ਇਕੱਠਾ ਨਜ਼ਰ ਆਉਂਦਾ ਸੀ, ਪਰ ਜਦੋਂ ਹਰਿਆਣੇ ਦੇ ਵਿੱਚ ਚੋਣ ਹੁੰਦੀ ਸੀ ਤਾਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਸੀ ਭਾਜਪਾ ਨਾਲ ਗੱਠਜੋੜ ਹੋਣ ਦੇ ਬਾਵਜੂਦ ਵੀ ਇੰਡੀਅਨ ਨੈਸ਼ਨਲ ਲੋਕ ਦਲ ਦੇ ਨਾਲ ਖਲੋਤਾ ਨਜ਼ਰ ਆਉਂਦਾ ਸੀ, ਉਹਨਾਂ ਦੇ ਨਿਸ਼ਾਨ ਤੇ ਚੋਣ ਲੜਦਾ ਸੀ ਤੇ ਭਾਜਪਾ ਦੇ ਖਿਲਾਫ ਜਾ ਕੇ ਉਸ ਦੀ ਵਿਰੋਧਤਾ ਕਰਦਾ ਸੀ, ਜਦੋਂ ਕਿ ਉਸ ਦਾ ਨੈਸ਼ਨਲ ਪੱਧਰ ਤੇ ਕੌਮੀ ਪੱਧਰ ਤੇ ਉਹ ਸਥਿਤੀਆਂ ਅਕਾਲੀ ਦਲ ਦੀਆਂ ਹੋਰ ਸੀ। ਅਕਾਲੀ ਦਲ ਪੰਜਾਬ ਤੋਂ ਬਾਹਰ ਕਿਤੇ ਬੜਾ ਹੈ ਨਹੀਂ ਸੀ। ਹੁਣ ਇਹਨਾਂ ਦੀ ਸਿੱਧੇ ਤੌਰ ਤੇ ਸਰਕਾਰ ਹੀ ਦੋ ਥਾਂ ਤੇ ਹੈ, ਕਈ ਥਾਵਾਂ ਤੇ ਇਹਨਾਂ ਦੀ ਕੁਝ ਐਮਐਲਏ ਵੀ ਹੈਗੇ ਆ, ਤਾਂ ਨੈਸ਼ਨਲ ਪਾਰਟੀ ਜਿਹੜੀ ਬਣੀ ਹੈ ਔਰ ਗਤੀਵਿਧੀਆਂ ਪੂਰੇ ਦੇਸ਼ ਦੇ ਵਿੱਚ ਨੇ, ਇਸ ਕਰਕੇ ਸਥਿਤੀਆਂ ਕੁਝ ਹੋਰ ਨੇ। ਬਿਲਕੁਲ ਨਹੀਂ, ਮੈਂ ਉਹ ਸਥਿਤੀ ਇੱਕ ਸਿਰਫ ਉਦਾਹਰਨ ਵਜੋਂ ਪੇਸ਼ ਕੀਤੀ ਹੈ ਸੁਖਵਿੰਦਰ ਜੀ। ਜਦੋਂ ਵਿਚਕਾਰਲਾ ਰਸਤਾ ਕੱਢਣਾ ਹੋਵੇ ਨਾ ਕੌਮੀ ਰਾਜਨੀਤੀ ਦੇ ਵਿੱਚ ਸ਼ਾਹ ਜਾਂਦਾ, ਤਾਂ ਫਿਰ ਬੜਾ ਕੁਝ ਗਿਵ ਐਂਡ ਟੇਕ ਦੀ ਪਾਲਿਸੀ ਜਿਹੜੀ ਆ ਅਪਣਾਉਣੀ ਪੈ ਜਾਂਦੀ ਹੈ। ਜਿਸ ਤਰੀਕੇ ਨਾਲ ਮੈਂ ਆਪਣੀ ਸੋਨੀਆ ਗਾਂਧੀ ਗੱਲ ਦੀ ਉਦਾਹਰਨ ਦਿੱਤੀ ਕਿ ਸੋਨੀਆ ਗਾਂਧੀ ਹੁਣੀ ਜਾਂ ਕਾਂਗਰਸ ਪਾਰਟੀ ਕਦੇ ਵੀ ਨਹੀਂ ਇਹ ਚਾਹੇਗੀ ਕਿ ਚੇਅਰਪਰਸਨ ਦਾ ਅਹੁਦਾ ਉਹਨਾਂ ਕੋਲ ਲੈ ਲਿਆ ਜਾਵੇ, ਤਾਂ ਜੇਕਰ ਹੁਣ ਉਹ ਛੱਡਣ ਦਾ ਮੂਡ ਇੱਥੋਂ ਤੱਕ ਕਿ ਕਾਂਗਰਸ ਪਾਰਟੀ ਉਸ ਨੂੰ ਵੀ ਛੱਡਣ ਦੇ ਮੂਡ 'ਚ ਆ ਗਈ ਆ, ਤਾਂ ਫਿਰ ਆਮ ਆਦਮੀ ਪਾਰਟੀ ਦੇ ਸੰਦਰਭ ਦੇ ਵਿੱਚ ਵੀ ਇਹ ਵੇਖਿਆ ਜਾ ਸਕਦਾ ਕਿ ਸੌਫਟ ਕਾਰਨਰ ਇਹਨਾਂ ਨੂੰ ਵੀ ਧਾਰਨ ਕਰਨਾ ਪਏਗਾ ਜੇ ਵਾਕਿਆ ਹੀ ਇਹਨਾਂ ਨੇ ਵਧਣਾ ਫੁੱਲਣਾ ਆ। ਤੇ ਜੇਕਰ ਚਾਰ ਨੇਤਾ ਇਹਨਾਂ ਨੂੰ ਛੱਡਣੇ ਵੀ ਕਾਂਗਰਸ ਦੇ ਪੈ ਜਾਂਦੇ ਆ ਜਾਂ ਉਹਨਾਂ ਉੱਤੇ ਦ੍ਰਿਸ਼ਟੀ ਜਿਹੜੀ ਕੇਅਰਬਨ ਨਾ ਵੀ ਕਰਦੀ ਪੈ ਜਾਏ, ਤਾਂ ਕੋਈ ਫਰਕ ਨਹੀਂ ਪੈਂਦਾ ਕਿ ਜਦੋਂ ਫਿਰ ਗਿਵ ਐਂਡ ਟੇਕ ਦੀ ਪਾਲਿਸੀ ਚੱਲਦੀ ਹੈਗੀ ਆ। ਸੋ ਸਥਿਤੀਆਂ ਜਿਹੜੀਆਂ ਸੁਖਵਿੰਦਰ ਜੀ ਉਹ ਤਾਂ ਆਉਣ ਵਾਲੇ ਦਿਨਾਂ 'ਚ ਅੱਜ ਸਾਫ਼ ਹੋਣਗੀਆਂ ਕਿ ਹਾਂ ਵੀ ਸੀਟ ਸ਼ੇਅਰਿੰਗ ਦੇ ਮੁੱਦੇ ਨੂੰ ਲੈ ਕੇ ਇਹਨਾਂ ਦਾ ਮਿਨੀਮਮ ਪ੍ਰੋਗਰਾਮ ਉਹ ਕੀ ਹੈਗਾ, ਉਸ ਸੰਬੰਧ ਵਿੱਚ ਵੇਖਣਾ ਪਏਗਾ। ਬਾਕੀ ਪੰਜਾਬ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਸੰਬੰਧ ਵਿੱਚ ਸਥਿਤੀਆਂ ਤੁਸੀਂ ਬਿਆਨ ਕਰ ਚੁੱਕੇ ਜੇ, ਬਾਕੀ ਲੀਡਰਾਂ ਦਾ ਤਾਂ ਸਮਰਥਨ ਹੋਵੇਗਾ। ਬੇਸ਼ੱਕ ਪ੍ਰਤਾਪ ਸਿੰਘ ਬਾਜਵਾ ਬੜਾ ਬੋਲਦੇ ਰਹੇ ਨੇ, ਉਹ ਵੀ ਹੁਣ ਕੱਲ ਦਾ ਕੋਈ ਵੀ ਉਹਨਾਂ ਦਾ ਇਸ ਪ੍ਰਸੰਗ ਦੇ ਵਿੱਚ ਇੱਕ ਵੀ ਬਿਆਨ ਜਿਹੜਾ ਕਰ ਰਿਹਾ ਬਿਲਕੁਲ ਨਹੀਂ ਆਇਆ, ਬਿਆਨ ਕੋਈ ਨਹੀਂ ਆਇਆ। ਲੱਗਦਾ ਕਿ ਰਿਸਕ ਲਏਗੀ ਆਮ ਆਦਮੀ ਪਾਰਟੀ ਦੇ ਨਾਲ ਗੱਠਜੋੜ ਕਰਕੇ ਰਿਸਕ। ਹਾਲਾਂਕਿ ਜੀ ਕੇਂਦਰੀ ਸਿਆਸਤ ਦੇ ਆਪਾਂ ਗੱਲ ਕਰੀਏ ਤਾਂ ਕਾਂਗਰਸ ਦੇ ਲਈ ਫਾਇਦਾ ਹੋ ਸਕਦਾ, ਪਰ ਜੇ ਪੰਜਾਬ ਦੀ ਲੀਡਰਸ਼ਿਪ ਦੇ ਸੰਦਰਭ ਦੇ ਵਿੱਚ ਗੱਲ ਕਰੀਏ ਤਾਂ ਸਥਿਤੀਆਂ ਕੁਝ ਹੋਰ ਨੇ। ਤਾਂ ਕੀ ਲੱਗਦਾ ਕਿ ਆਪਣੀ ਲੀਡਰਸ਼ਿਪ ਨੂੰ ਇਗਨੋਰ ਕਰਕੇ ਇਹ ਚੀਜ਼ ਹੁਸਰੇ ਚੜ ਜੂਗੀ ਤੇ ਕਿਤੇ ਐਂ ਤਾਂ ਨਹੀਂ ਕਿ ਪੰਜਾਬ ਦੇ ਵਿੱਚ ਖਤਮ ਕਰ ਲੇਗੀ ਆਪਣੀ ਯੂਨਿਟ ਨੂੰ ਇੱਕ ਤਰੀਕੇ ਨਾਲ ਕਾਂਗਰਸ? ਫਿਰ ਸੁਖਵਿੰਦਰ ਜੀ ਵੇਖੋ, ਯੂਨਿਟ ਨੂੰ ਖਤਮ ਕਰਨਾ, ਯੂਨਿਟ ਤਾਂ ਜਿਸ ਕਾਂਗਰਸ ਦੇ ਯੂਨਿਟ ਦੀ ਤੁਸੀਂ ਗੱਲ ਕਰ ਰਹੇ ਜੀ, ਅਗਰ ਵੇਖਿਆ ਜਾਏ ਤਾਂ ਉਹ ਯੂਨਿਟ ਹੁਣ ਹੈ ਕਿੱਥੇ? ਜਿਸ ਤਰੀਕੇ ਨਾਲ ਕਾਂਗਰਸ ਨੂੰ ਖੋਰਾ ਲੱਗਦਾ ਪਿਆ ਤੇ ਜਿਸ ਤਰੀਕੇ ਨਾਲ 17-18 ਵਿਧਾਇਕ ਨੇ ਤੇ ਜਿਨ੍ਹਾਂ ਦੇ ਵਿੱਚ ਬਿਲਕੁਲ 2-4 ਜਿਹੜੇ ਬਿਲਕੁਲ ਚੁੱਪ ਨੇ, ਤਾਂ ਉਹਨਾਂ ਦੀ ਸਥਿਤੀ ਦੇ ਵਿੱਚ ਮਜਬੂਰੀ ਆ ਕਿ ਇਹਨਾਂ ਨੂੰ ਕਾਂਗਰਸ ਹਾਈ ਕਮਾਨ ਦੇ ਅੱਗੇ ਝੁਕਣਾ ਹੀ ਪੈਣਾ। ਜਿਸ ਤਰੀਕੇ ਨਾਲ ਗੱਲ ਪ੍ਰਤਾਪ ਸਿੰਘ ਬਾਜਵਾ ਦੇ ਸੰਦਰਭ 'ਚ ਮੈਂ ਲੱਗਾ ਸਾਂ ਕਰਨਾ, ਇਹ ਝੁਕਣਾ ਹੀ ਪੈਣਾ, ਉਹਨਾਂ ਨੂੰ ਮੰਨਣਾ ਹੀ ਪੈਣਾ। ਬਾਕੀ ਕਾਂਗਰਸ ਪਾਰਟੀ ਵੇਖੋ ਕਈ ਵਾਰੀ ਇਸ ਤਰ੍ਹਾਂ ਸੁਖਵਿੰਦਰ ਜੀ ਹੁੰਦਾ, ਰਾਜਾਂ ਦੇ ਨਾਲ ਜਿਹੜੀ ਕਾਂਗਰਸ ਦੀ ਹਾਈ ਕਮਾਨ ਜਾਂ ਕਿਸੇ ਵੀ ਪਾਰਟੀ ਦੀ ਹਾਈ ਕਮਾਨ, ਉਹਨਾਂ ਨੂੰ ਇਸ ਗੱਲ ਦਾ ਨਹੀਂ ਮਤਲਬ ਹੁੰਦਾ ਕਿ ਰਾਜਾਂ ਦੇ ਵਿੱਚ ਉਹਨਾਂ ਦੀ ਸਥਿਤੀ ਕੀ ਆ ਜਾਂ ਕੀ ਨਹੀਂ। ਉਹਨਾਂ ਦਾ ਨਿਸ਼ਾਨਾ ਹੁੰਦਾ ਕੇਂਦਰ, ਤਾਂ ਕੇਂਦਰ ਦੇ ਉੱਤੇ ਪ੍ਰਾਪਤੀ ਕਰਨ ਵਾਸਤੇ ਕੇਂਦਰ ਵਿੱਚ ਆਉਣ ਕਰਕੇ ਜੇਕਰ 1-2 ਰਾਜਾਂ ਦੇ ਵਿੱਚ ਇਹੋ ਜਿਹੇ ਯੂਨਿਟਾਂ ਦੀ ਬੜੀ ਦਿੱਤੀ ਜਾਂਦੀ ਆ, ਤਾਂ ਰਾਜਨੀਤਿਕ ਪਾਰਟੀਆਂ ਸੁਖਵਿੰਦਰ ਜੀ ਉਹ ਵੀ ਕਰਦੀਆਂ ਹੁੰਦੀਆਂ ਜੇ। ਕਈ ਵਾਰੀ ਇਹ ਕਿਹਾ ਜਾਂਦਾ ਕਿ ਹਾਂ ਵੀ ਥੱਲਾ ਤੁਹਾਡਾ ਉੱਪਰ ਅਸੀਂ ਜੀ, ਤਾਂ ਸੋ ਅਜਿਹੀਆਂ ਸਥਿਤੀਆਂ ਹੋ ਸਕਦੀਆਂ ਕਿ ਜੇਕਰ ਉੱਪਰ ਕਾਂਗਰਸ ਨੂੰ ਲੱਗਦਾ ਹੋਵੇ ਜਾਂ ਯੂਪੀਏ ਨੂੰ ਲੱਗਦਾ ਹੋਵੇ ਕਿ ਸਾਡੀ ਸਥਿਤੀ ਮਜ਼ਬੂਤ ਆ ਤੇ ਸਾਨੂੰ ਇਸ ਚੀਜ਼ ਨੂੰ ਕੁਰਬਾਨੀ ਦੇ ਦੇਣੀ ਚਾਹੀਦੀ ਆ, ਤਾਂ ਸੁਖਵਿੰਦਰ ਜੀ ਮੈਨੂੰ ਨਹੀਂ ਲੱਗਦਾ
ਕਿ ਵਿਰੋਧੀ ਦਲ ਇਸ ਵੇਲੇ ਨਰਿੰਦਰ ਮੋਦੀ ਦਾ ਰਸਤਾ ਡੱਕਣ ਵਾਸਤੇ ਇਹ ਵੀ ਕਦਮ ਜਿਹੜਾ ਉਹ ਚੁੱਕ ਸਕਦੇ ਨੇ ਕਿ ਹਾਂ ਵੀ ਇੱਕ ਦੋ ਰਾਜਾਂ ਦੇ ਵਿੱਚ ਜੇਕਰ ਅਜਿਹੀ ਸਥਿਤੀ ਕਮਜ਼ੋਰ ਹੁੰਦੀ ਆ ਚਲੋ ਤਾਂ ਹੋ ਜਾਂਦੇ ਹੋ, ਅਣਖ ਬਾਅਦ ਚ ਸਾਹਿਬ, ਵੇਖੀ ਜਾਏਗੀ। ਚਲੋ ਕਾਂਗਰਸ ਜੀ ਇਹ ਕੰਮ ਕਰ ਸਕਦੀ ਹੈ, ਕਾਂਗਰਸ ਇਹ ਕੰਮ ਜੀ ਕਰ ਸਕਦੀ ਹੈ, ਆਪਣੀ ਲੀਡਰਸ਼ਿਪ ਨੂੰ ਕੰਟਰੋਲ ਕਰ ਸਕਦੀ ਹੈ, ਪਰ ਜੀ ਇਹ ਜਿਹੜੇ ਲੀਡਰ ਨੇ ਇਹ ਆਪਣੇ ਆਪ ਨੂੰ ਇਗਨੋਰ ਮਹਿਸੂਸ ਹੁੰਦਿਆਂ ਦੇਖ ਕੇ ਚੁੱਪ ਬਹਿ ਜਾਣਗੇ। ਸੁਖਵਿੰਦਰ ਜੀ, ਚੁੱਪ ਬੈਠਣ ਵਾਲੇ ਹੈ ਤਾਂ ਨਹੀਂ ਜਿਹੜੇ ਦੋ ਲੀਡਰ ਨੇ, ਜਿਹੜੀ ਕਲੀਅਰ ਗੱਲ ਕਰੀਏ, ਦੋ ਲੀਡਰ ਇਹੋ ਜਿਹੇ ਚੁੱਪ ਬਹਿਣ ਵਾਲੇ ਤਾਂ ਹੈ ਨਹੀਂ, ਵਿਰੋਧ ਤਾਂ ਇਹਨਾਂ ਦਾ ਚੱਲਦਾ ਰਹੇਗਾ। ਨਵਜੋਤ ਸਿੰਘ ਸਿੱਧੂ ਉਹ ਵਿਅਕਤੀ ਨੇ ਜਦੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਸੀ ਉਦੋਂ ਵੀ ਉਹ ਕਦੇ ਆਪਣੀ ਕਾਂਗਰਸ ਹਾਈ ਕਮਾਨ ਦੇ ਅੱਗੇ ਝੁਕੇ ਨਹੀਂ ਸੀ। ਮੈਨੂੰ ਯਾਦ ਆ ਕਿ ਰਾਹੁਲ ਗਾਂਧੀ ਦੇ ਸਾਹਮਣੇ ਵੀ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਮੈਂ ਇੱਟ ਨਾਲ ਇੱਟ ਖੜਕਾ ਦਿਆਂਗਾ। ਸੋ ਚੁੱਪ ਰਹਿਣ ਵਾਲੇ ਲੀਡਰ ਤਾਂ ਹੈ ਨਹੀਂ। ਫਿਰ ਇਹਨਾਂ ਦੇ ਮਨ 'ਚ ਕੀ ਆ ਇਹ ਤਾਂ ਉਹੀ ਵਿਅਕਤੀ ਜਾਣ ਸਕਦੇ ਆ, ਪਰ ਸਥਿਤੀਆਂ ਸੁਖਵਿੰਦਰ ਜੀ ਜ਼ਰੂਰ ਦਿਲਚਸਪ ਹੋਣਗੀਆਂ। ਆਪਾਂ ਇਹ ਤਾਂ ਨਹੀਂ ਗੱਲ ਕਹਿ ਸਕਦੇ ਕਿ ਹਾਂ ਭਈ ਉਹ ਪਾਰਟੀ ਛੱਡ ਕੇ ਘਰ ਬੈਠਣਗੇ, ਇਦਾਂ ਦੀ ਗੱਲ ਤਾਂ ਨਹੀਂ ਹੋ ਸਕਦੀ, ਪਰ ਉਹਨਾਂ ਦੇ ਮਨ 'ਚ ਕੀ ਆ ਉਹ ਉਹੀ ਜਾਣਦੇ, ਪਰ ਉਹ ਚੁੱਪ ਕਰਕੇ ਬੈਠਣ ਵਾਲੇ ਨੇਤਾ ਨਹੀਂ ਹੈਗੇ, ਨਾ ਸੁਖਪਾਲ ਸਿੰਘ ਖਹਿਰਾ ਨਾ ਨਵਜੋਤ ਸਿੰਘ ਸਿੱਧੂ। ਹਾਂ, ਇਹ ਪਾਰਟੀ ਦੀ ਵਿਰੋਧਤਾ ਉਹ ਇਸ ਫਰੰਟ ਤੇ ਕਰਦੇ ਜ਼ਰੂਰ ਨਜ਼ਰ ਆਉਣਗੇ ਜੀ। ਅਣਖ ਸਾਹਿਬ, ਦੂਜੇ ਪਾਸੇ ਫਿਰ ਜਿਹੜੀ ਭਗਵੰਤ ਮਾਨ ਸਾਹਿਬ ਨੇ ਬਿੱਲ ਪਾਸ ਕਰਨ ਨੂੰ ਲੈ ਕੇ ਰਾਜਪਾਲ ਸਾਹਿਬ ਨੂੰ ਚਿੱਠੀ ਲਿਖੀ ਸੀ ਤੇ ਅੱਗੋਂ ਰਾਜਪਾਲ ਸਾਹਿਬ ਨੇ ਉਹ ਬਿੱਲ ਪਾਸ ਕਰਨ ਵਾਸਤੇ ਸੱਦਿਆ ਗਿਆ ਸੈਸ਼ਨ ਹੀ ਜਿਹੜਾ ਗੈਰ ਕਾਨੂੰਨੀ ਕਰਾਰ ਦੇ ਦਿੱਤਾ। ਭਗਵੰਤ ਮਾਨ ਸਾਹਿਬ ਨੂੰ ਇਹ ਚਿੱਠੀ ਦੇ ਰਾਹੀਂ ਇੱਕ ਤਰੀਕੇ ਨਾਲ ਸਬਕ ਸਿਖਾਇਆ, ਇੱਕ ਤਰੀਕੇ ਨਾਲ ਉਹਨਾਂ ਨੇ, ਤਾਂ ਫਿਰ ਹੁਣ ਭਗਵੰਤ ਮਾਨ ਸਾਹਿਬ ਕੋਲ ਅੱਗੇ ਕੀ ਰਾਹ ਰਹਿ ਗਿਆ? ਸੁਖਵਿੰਦਰ ਜੀ, ਆਪਾਂ ਬੜੀ ਗੱਲ ਕੀਤੀ ਕਿ ਜਿਹੜਾ ਅਨੁਭਵ ਹੁੰਦਾ ਨਾ ਉਹ ਬੰਦੇ ਨੂੰ ਬਹੁਤ ਕੁਝ ਸਿਖਾਉਂਦਾ, ਤੇ ਸ਼ਾਇਦ ਇਹ ਜਿਹੜੀ ਸਰਕਾਰ ਆ ਅਨੁਭਵਹੀਨਤਾ ਦੇ ਕਾਰਨ ਕਾਹਲੀ ਕਰਦੀ ਆ ਤੇ ਕਾਹਲੀ ਕਰਦਿਆਂ ਆਪ ਹੀ ਬੈਕਫੁੱਟ ਤੇ ਜਾ ਪੈਂਦੀ ਆ। ਇਹ ਕੋਈ ਨਵਾਂ ਮੁੱਦਾ ਨਹੀਂ ਹੈਗਾ, ਪਰ ਜਿਸ ਤਰੀਕੇ ਨਾਲ ਆਪਣੇ ਭਗਵੰਤ ਮਾਨ ਹੋਣਾ ਨੂੰ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਹੋਣਾ ਨੇ ਚਿੱਠੀ ਲਿਖ ਕੇ ਸਬਕ ਸਿਖਾਇਆ, ਮੈਂ ਸਬਕ ਸਿਖਾਇਆ ਕਹਾਂਗਾ, ਤਾਂ ਮੇਰਾ ਨਹੀਂ ਖਿਆਲ ਕਿ ਕਿਸੇ ਮੁੱਖ ਮੰਤਰੀ ਨੂੰ ਅੱਜ ਤੱਕ ਇੰਨੀਆਂ ਸਖਤ ਸ਼ਬਦਾਂ ਦੇ ਵਿੱਚ ਕਿਸੇ ਵੀ ਰਾਜਪਾਲ ਨੇ ਤਾੜਨਾ ਕੀਤੀ ਹੋਵੇ। ਜਿੰਨੀ ਕੁ ਰਾਜਨੀਤੀ ਮੈਂ ਜਾਣਦਾ, ਜਿੰਨੀ ਕੁ ਰਾਜਨੀਤੀ ਬੀਤੇ ਤੌਰ ਤੇ ਮੈਂ ਪੜ੍ਹੀ ਹੈ ਕਿਤਾਬਾਂ ਦੇ ਵਿੱਚ, ਕਦੇ ਇਹੋ ਜਿਹਾ ਵਰਤਾਰਾ ਸਾਹਮਣੇ ਕਦੀ ਆਇਆ ਨਹੀਂ। ਹੁਣ 2 ਦਿਨ ਪਹਿਲਾਂ ਮੁੱਖ ਮੰਤਰੀ ਸਾਹਿਬ ਆਪਣੇ ਗਵਰਨਰ ਸਾਹਿਬ ਨੂੰ ਬੇਨਤੀ ਕਰਦੇ ਕਿ ਅਸੀਂ ਤੁਹਾਨੂੰ ਇੱਕ ਚਿੱਠੀ ਭੇਜੀ ਹੈ, ਬਿੱਲ ਭੇਜਿਆ, ਉਹਦੇ ਤੇ ਸਾਈਨ ਕਰੋ ਤਾਂ ਜੋ ਇਹ ਗੁਰਬਾਣੀ ਦਾ ਫ੍ਰੀ ਪ੍ਰਸਾਰਣ 24 ਤਰੀਕ ਤੱਕ ਜਿਹੜਾ ਉਹਦਾ ਹੋ ਸਕੇ, ਫ੍ਰੀ ਪ੍ਰਸਾਰਣ ਹੋ ਸਕੇ। ਅੱਗੋਂ ਹੁਣ ਗਵਰਨਰ ਸਾਹਿਬ ਕਿਹੜੇ ਘੱਟ ਨੇ? ਜੇਕਰ ਤੁਸੀਂ ਗਵਰਨਰ ਸਾਹਿਬ ਨੂੰ ਉਹਨਾਂ ਦੀਆਂ ਸ਼ਕਤੀਆਂ ਘੱਟ ਕਰਨ ਦਾ ਬਿੱਲ ਭੇਜਦੇ ਜੇ ਕਿ ਹਾਂਜੀ ਚਾਂਸਲਰ ਜਿਹੜੇ ਨਿਯੁਕਤ ਕਰਨੇ ਨੇ ਉਹ ਅਸੀਂ ਕਰਨੇ ਆ, ਜਿਹੜਾ ਰੂਰਲ ਡਿਵੈਲਪਮੈਂਟ ਫੰਡ ਆ ਉਹਦੇ ਵਾਸਤੇ ਅਸੀਂ ਕੇਂਦਰ ਸੁਪਰੀਮ ਕੋਰਟ ਚ ਉਹਦਾ ਤੁਸੀਂ ਵਿਰੋਧਤਾ ਕਰਦੇ, ਤੇ ਇਹੋ ਜਿਹੇ 4 ਬਿੱਲ ਉਹਨਾਂ ਨੂੰ ਪਾਸ ਕਰਨ ਭੇਜਦੇ ਜੇ, ਤੇ ਫਿਰ ਉਹਨਾਂ ਕੋਲ ਕਿਸ ਆਸ ਰੱਖਦੇ ਜੇ ਕਿ ਉਹ ਬਿੱਲ ਅੱਖਾਂ ਮੀਟੇ ਤੁਹਾਨੂੰ ਸਾਈਨ ਕਰ ਦੇਣਗੇ? ਹੁਣ ਪ੍ਰਸ਼ਨ ਉਹਨਾਂ ਨੇ ਜਿਹੜੇ ਠਾਏ ਨੇ, ਬੜੇ ਮਹੱਤਵਪੂਰਨ ਪ੍ਰਸ਼ਨ ਠਾਏ ਨੇ। ਉਹਨਾਂ ਨੇ ਕਿਹਾ ਕਿ ਇਹ ਬਿੱਲ ਜਿਹੜੇ ਤੁਸੀਂ ਭੇਜੇ ਨੇ ਇਹ ਤੇ ਜੇ ਗੱਲਾਂ ਬਾਅਦ ਦੀਆਂ ਨੇ, ਪਹਿਲਾਂ ਤਾਂ ਤੁਸੀਂ ਇਹ ਦੱਸੋ ਕਿ ਜਿਹੜਾ 3 ਮਾਰਚ ਤੋਂ ਲੈ ਕੇ 24 ਮਾਰਚ ਤੱਕ ਜਿਹੜਾ ਤੁਸੀਂ ਜਿਹੜਾ ਸੈਸ਼ਨ ਬੁਲਾਇਆ, ਬਜਟ ਸੈਸ਼ਨ ਜਿਹੜਾ ਬੁਲਾਇਆ ਸੀ, ਤਾਂ ਉਹ ਸੈਸ਼ਨ ਇਹਨਾਂ ਨੇ ਚੁੱਕਣ ਦਾ ਜਿਹੜਾ ਮਤਾ ਸੀ ਸੁਖਵਿੰਦਰ ਜੀ ਰਾਜਪਾਲ ਸਾਹਿਬ ਨੂੰ ਨਹੀਂ ਭੇਜਿਆ ਪੰਜਾਬ ਸਰਕਾਰ ਨੇ, ਤਾਂ ਉਸੇ ਆਧਾਰ ਤੇ ਇਹਨਾਂ ਨੇ ਮੁਲਤਵੀ ਕਰ ਦਿੱਤਾ। ਤਾਂ ਬਾਅਦ ਚ 2 ਦਿਨ ਦਾ ਵਿਸ਼ੇਸ਼ ਇਜਲਾਸ ਬੁਲਾ ਲਿਆ, ਤਾਂ ਉਦੋਂ ਰਾਜਪਾਲ ਸਾਹਿਬ ਨੇ ਇਹ ਗੱਲ ਪੁੱਛੀ ਕਿ ਹਾਂਜੀ ਇਹ ਵਿਸ਼ੇਸ਼ ਇਜਲਾਸ ਬਣਾਉਣ ਦੀ ਲੋੜ ਕੀ ਆ, ਤਾਂ ਉਸ ਵਕਤ ਕੁਲਤਾਰ ਸਿੰਘ ਸੰਧਵਾ ਹੋਣਾ ਨੂੰ ਉਹਨਾਂ ਨੇ ਪੱਤਰ ਲਿਖਿਆ ਸੀ, ਤਾਂ ਕੁਲਤਾਰ ਸਿੰਘ ਸੰਧਵਾ ਹੋਣਾ ਨੇ ਕਿਹਾ ਕਿ ਇਹਦੇ ਸੰਬੰਧੀ ਇੱਕ ਮੀਟਿੰਗ ਜਿਹੜੀ ਆ ਉਹ ਕਰ ਰਹੇ ਆ, ਤਾਂ ਉਸ ਦੀ ਜਾਣਕਾਰੀ ਤੁਹਾਨੂੰ ਨਹੀਂ ਅਜੇ ਦਿੱਤੀ ਸੀ, ਜਦੋਂ ਕਿ ਮੀਟਿੰਗ ਹੋਈ ਨਹੀਂ। ਪਰ ਇਹਨਾਂ ਨੇ ਉਸ ਇਜਲਾਸ ਦੇ ਵਿੱਚ ਜਿਹੜਾ 2 ਦਿਨ ਦਾ ਵਿਸ਼ੇਸ਼ ਇਜਲਾਸ ਸੱਦਿਆ, ਉਹਦੇ ਵਿੱਚ ਇਹ 4 ਬਿੱਲ ਪਾਸ ਕਰਕੇ ਗਵਰਨਰ ਸਾਹਿਬ ਨੂੰ ਭੇਜ ਦਿੱਤੇ। ਹੁਣ ਜਦੋਂ ਤੁਹਾਡੇ ਸਬੰਧ ਜਿਹੜੇ ਬੀਤੇ ਦੌਰ 'ਚ ਗਵਰਨਰ ਸਾਹਿਬ ਨਾਲ ਠੀਕ ਨਹੀਂ ਹਨ, ਤਾਂ ਫਿਰ ਅਜਿਹੀ ਸਥਿਤੀ ਤੁਸੀਂ ਕਿਸ ਤਰੀਕੇ ਨਾਲ ਆਸ ਰੱਖ ਸਕਦੇ ਜੀ ਕਿ ਜਿਹੜੇ ਗਵਰਨਰ ਸਾਹਿਬ ਨੇ ਉਹ ਅੱਖਾਂ ਬੰਦ ਕਰਕੇ ਸਾਈਨ ਕਰ ਦੇਣਗੇ? ਉਹਨਾਂ ਨੇ ਵੀ ਰਾਏ ਜਿਹੜੀ ਮੰਗ ਲਈ, ਉਹਨਾਂ ਨੇ ਕਿਹਾ ਜੀ ਇਹ ਜਿਹੜਾ ਬਜਟ ਸੈਸ਼ਨ ਸੱਦਿਆ ਸੀ ਇਹ ਗੈਰ ਸੰਵਿਧਾਨਕ ਹੈਗਾ, ਇਹ ਕਾਨੂੰਨੀ ਤੌਰ ਤੇ ਠੀਕ ਹੀ ਨਹੀਂ, ਤੇ ਜੇਕਰ ਕਾਨੂੰਨੀ ਤੌਰ ਤੇ ਠੀਕ ਨਹੀਂ ਤਾਂ ਫਿਰ ਆਹ ਜਿਹੜੇ ਬਿੱਲ ਤੁਸੀਂ ਭੇਜੇ ਆ ਇਹਨਾਂ ਦੀ ਵੁਕਤ ਜਿਹੜੀ ਆ ਉਹ 0 ਹੈਗੀ ਹੈ। ਪਰ ਫਿਰ ਵੀ ਉਹਨਾਂ ਨੇ ਮੁੱਖ ਮੰਤਰੀ ਸਾਹਿਬ ਨੂੰ ਇਹ ਭਰੋਸਾ ਦਿੱਤਾ ਕਿ ਘਬਰਾਉਣ ਦੀ ਲੋੜ ਨਹੀਂ ਆ, ਇਹ ਮਸਲਾ ਮੈਂ ਅਟਾਰਨੀ ਜਨਰਲ ਨੂੰ ਭੇਜਿਆ, ਅਟਾਰਨੀ ਜਨਰਲ ਜੋ ਇਹਦੇ ਸੰਬੰਧੀ ਆਪਣਾ ਪੱਖ ਪੇਸ਼ ਕਰੇਗਾ ਉਹਦੇ ਉੱਤੇ ਕਾਰਵਾਈ ਕਰ ਦਾਂਗੇ, ਜੇ ਤੇ ਹੋਇਆ ਠੀਕ ਉਹਨਾਂ ਨੇ ਕਹਿਤਾ ਤਾਂ ਮੈਂ ਸਾਈਨ ਕਰ ਦਾਂਗਾ, ਨਹੀਂ ਤਾਂ ਫਿਰ ਮੈਂ ਰਾਜਪਾਲ ਨੂੰ ਭੇਜ ਦਾਂਗਾ, ਰਾਜਪਾਲ ਸਾਹਿਬ ਜਨਰਲ ਮਾਫ ਕਰਨਾ ਰਾਸ਼ਟਰਪਤੀ ਸਾਹਿਬ ਨੂੰ ਭੇਜ ਦਾਂਗਾ, ਰਾਸ਼ਟਰਪਤੀ ਹੁਣ ਨੇ ਕੀ ਕਰਨਾ ਜਾਂ ਕੀ ਨਹੀਂ ਕਰਨਾ ਇਹ ਉਹਨਾਂ ਦਾ ਦਾਇਰਾ ਹੈਗਾ। ਹੁਣ ਇਸ ਤਰੀਕੇ ਦੇ ਨਾਲ ਜਿਸ ਤਰੀਕੇ ਨਾਲ ਬੈਕਫੁੱਟ ਤੇ ਪੰਜਾਬ ਸਰਕਾਰ ਗਈ ਆ, ਤੇ ਖਾਸ ਤੌਰ ਤੇ ਭਗਵੰਤ ਮਾਨ ਹੁਣੀ ਗਏ ਨੇ, ਸੁਖਵਿੰਦਰ ਜੀ ਬਹੁਤ ਜ਼ਿਆਦਾ ਹੇਠੀ ਚੜੀ ਹੋਈ ਆ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਸ ਮੁੱਦੇ ਤੇ ਅੱਗੇ ਆ ਗਈ ਤੇ ਗਵਰਨਰ ਸਾਹਿਬ ਨੂੰ ਉਹਨਾਂ ਨੇ ਵਧਾਈ ਦਿੱਤੀ, ਤੇ ਨਾਲ ਹੀ ਉਹਨਾਂ ਨੇ ਮੁੱਖ ਮੰਤਰੀ ਸਾਹਿਬ ਨੂੰ ਤਾੜਨਾ ਕੀਤੀ ਹੈ ਕਿ ਮੁੱਖ ਮੰਤਰੀ ਸਾਹਿਬ ਭਵਿੱਖ ਵਿੱਚ ਅਜਿਹੇ ਬਚਕਾਨੇ ਫੈਸਲੇ ਜਿਹੜੇ ਨਾ ਕਰੋ ਜਿਸ ਦੇ ਨਾਲ ਤੁਹਾਡੀ ਗਰਮਾਂ ਨੂੰ ਜਾਂ ਵਿਧਾਨ ਸਭਾ ਦੇ ਜਿਹੜੇ ਕੀਤੇ ਬਿੱਲਾਂ ਦੇ ਉੱਤੇ ਅਸਰ ਜਿਹੜਾ ਪਵੇ। ਹੁਣ ਇਹ ਮਸਲਾ ਸੁਖਵਿੰਦਰ ਜੀ ਬਿਲਕੁਲ ਕਾਨੂੰਨੀ ਦਾਅਵੇਚ ਦੇ ਵਿੱਚ ਫਸ ਗਿਆ, ਕਿਉਂਕਿ ਜਿਸ ਤਰੀਕੇ ਨਾਲ ਇਹਨਾਂ ਨੇ ਬਜਟ ਸੈਸ਼ਨ ਨੂੰ ਗਾਂਹ ਜਿਹੜਾ ਮੁਲਤਵੀ ਕੀਤਾ ਸੀ ਉਸਨੂੰ ਗਾਂਹ ਦੁਬਾਰਾ ਚਾਲੂ ਕਰ ਲਿਆ,
ਉਸ ਸਥਿਤੀ ਦੇ ਵਿੱਚ ਕੁਝ ਜਿਹੜੀਆਂ ਸੰਵਿਧਾਨਕ ਦਾਇਰੇ ਹੋਣਗੇ ਮੁੱਖ ਮੰਤਰੀ ਸਾਹਿਬ ਕੋਲ ਵੀ ਹੋਣਗੇ ਤੇ ਦੂਜੇ ਪਾਸੇ ਗਵਰਨਰ ਸਾਹਿਬ ਨੇ ਵੀ ਇੱਕ ਕੁਐਸਚਨ ਲਾ ਕੇ ਇਸ ਚੀਜ਼ ਨੂੰ ਫਸਾਤਾ। ਤਾਂ ਇਹਦੇ ਵਿੱਚ ਹੁਣ ਰਸਤਾ ਜਿਹੜਾ ਅਖੀਰਲੀ ਘੁੰਡੀ ਆ ਉਹ ਤਾਂ ਅਟਾਰਨੀ ਜਨਰਲ ਦੇ ਹੱਥ ਆ ਕਿ ਜੋ ਅਟਾਰਨੀ ਜਨਰਲ ਫੈਸਲਾ ਦਿੰਦਾ। ਤੁਹਾਡਾ ਪ੍ਰਸ਼ਨ ਭਗਵੰਤ ਮਾਨ ਹੋਣਾ ਦੇ ਸੰਬੰਧ ਚ ਸੁਖਿੰਦਰ ਜੀ, ਭਗਵੰਤ ਮਾਨ ਹੋਣਾ ਨੂੰ ਇਸ ਗੱਲ ਨੂੰ ਚਾਹੀਦਾ ਕਿਉਂਕਿ ਇਹ ਦੋਵੇਂ ਵਿਅਕਤੀ ਜਿਹੜੇ ਨੇ ਇੱਕ ਸਿਲੈਕਟਡ ਨੇ ਇੱਕ ਇਲੈਕਟਡ ਨੇ ਤੇ ਇਹ ਪੰਜਾਬ ਦੇ ਲੋਕਾਂ ਨੂੰ ਜਵਾਬ ਦੇ ਨੇ। ਤਾਂ ਇਹੋ ਜਿਹੇ ਮੁੱਦਿਆਂ ਦੇ ਉੱਤੇ ਜਦੋਂ ਦੋਵੇਂ ਵਿਅਕਤੀ ਸੰਵਿਧਾਨਕ ਅਹੁਦਿਆਂ ਤੇ ਹੋਣ ਤਾਂ ਫਿਰ ਕਦੇ ਵੀ ਅਜਿਹੀ ਸਥਿਤੀ ਕਿਸੇ ਵੱਲੋਂ ਵੀ ਉਭਾਰਨੀ ਨਹੀਂ ਚਾਹੀਦੀ ਕਿ ਜਿਹੜੀ ਇੱਕ ਦੂਜੇ ਦੀ ਮਰਿਆਦਾ ਨੂੰ ਠੇਸ ਪਹੁੰਚਾਵੇ, ਨਾ ਗਵਰਨਰ ਸਾਹਿਬ ਨੂੰ ਤੇ ਨਾ ਹੀ ਮੁੱਖ ਮੰਤਰੀ ਸਾਹਿਬ ਨੂੰ। ਇਹੋ ਜਿਹੀ ਇੱਕ ਟਿੱਪਣੀ ਜਿਹੜੀ ਸੁਪਰੀਮ ਕੋਰਟ ਨੇ ਦਿੱਲੀ ਦੇ ਸੰਬੰਧ ਵਿੱਚ ਵੀ ਐਲਜੀ ਤੇ ਮੁੱਖ ਮੰਤਰੀ ਦੇ ਸੰਬੰਧ ਵਿੱਚ ਦਿੱਤੀ ਹੈ ਕਿ ਭਾਈ ਸਾਹਿਬ ਤੁਸੀਂ ਦੋਵੇਂ ਲੋਕਾਂ ਦੇ ਨੁਮਾਇੰਦੇ ਜੇ ਤੇ ਲੋਕਾਂ ਦੇ ਹਿੱਤਾਂ ਵਾਸਤੇ ਕੰਮ ਕਰੋ, ਨਾ ਕਿ ਆਪਣੀਆਂ ਕਿਹੜਾ ਕੱਢਣ ਵਾਸਤੇ। ਤਾਂ ਸੁਖਵਿੰਦਰ ਜੀ ਹੁਣ ਇਹ ਮਸਲਾ ਜਿਹੜਾ ਨਾ ਕਾਨੂੰਨੀ ਦਾਅਪੇਚ ਦੇ ਵਿੱਚ ਫਸ ਗਿਆ। ਹੁਣ ਮੁੱਖ ਮੰਤਰੀ ਸਾਹਿਬ ਵੀ ਹੁਣ ਦੇਖਿਓ ਕਿ ਅੱਜ ਜਾਂ ਕੱਲ ਤੱਕ ਕੋਈ ਨਾ ਕੋਈ ਚਿੱਠੀ ਕੱਢ ਕੇ ਲਿਆਉਣਗੇ ਜੀ ਵੇਖੋ ਜੀ ਇਹ ਇਸ ਤਰ੍ਹਾਂ ਕਰਦਾ ਇਸ ਤਰ੍ਹਾਂ ਕਰਦਾ। ਪਰ ਜਿਸ ਤਰੀਕੇ ਨਾਲ ਰਾਜਪਾਲ ਸਾਹਿਬ ਨੇ ਭਗਵੰਤ ਮਾਨ ਨੂੰ ਫਸਾਇਆ ਤਾਂ ਜਿਸ ਤਰੀਕੇ ਨਾਲ ਧੋਬੀ ਪਟਕਾ ਦੇ ਕੇ ਸਾਰੇ ਬਿੱਲਾਂ ਦੀ ਹੋਂਦ ਹੀ ਜਿਹੜੀ ਇੱਕ ਕਿਸਮ ਨਾਲ ਖਤਮ ਕਰਤੀ ਔਰ ਸੱਦੇ ਗਏ ਅਜਲਾਸ ਦੀ ਹੋਂਦ ਹੀ ਖਤਮ ਕਰ ਦਿੱਤੀ ਆ। ਇਹ ਤਾਂ ਇੱਕ ਪਾਸੇ ਭਗਵੰਤ ਮਾਨ ਹੋਣਾ ਦੀ ਅਨੁਭਵਹੀਨਤਾ ਨੂੰ ਪੇਸ਼ ਕਰਦਾ ਕਿ ਇਹੋ ਜਿਹੀ ਗੱਲ ਹੋਈਆਂ ਹੀ ਕਿਉਂ ਜਿਹਦਾ ਤੁਸੀਂ ਹਾਸੇ ਦੇ ਪਾਤਰ ਬਣੋ ਜਿਸ ਨਾਲ ਤੁਹਾਡੀ ਸਰਕਾਰ ਬੈਕਫੁੱਟ ਤੇ ਜਾਵੇ। ਹੁਣ ਸਥਿਤੀ ਸੁਖਵਿੰਦਰ ਜੀ ਬੜੀ ਦਿਲਚਸਪ ਬਣ ਜਾਣੀ ਆ। ਦਿਲਚਸਪ ਇਸ ਕਰਕੇ ਕਿਉਂਕਿ 23 ਜੁਲਾਈ ਨੂੰ ਜਿਹੜਾ ਕੁਰਬਾਨੀ ਦਾ ਪੀਟੀਸੀ ਦਾ ਇਕਰਾਰ ਜਿਹੜਾ ਰੱਦ ਹੋ ਰਿਹਾ 24 ਨੂੰ YouTube ਚੈਨਲ ਸ਼ੁਰੂ ਹੋਣਾ ਤੇ ਦੂਜੇ ਪਾਸੇ ਭਗਵੰਤ ਮਾਨ ਹੋਣਾ ਨੇ ਜਿਹੜਾ ਬਿੱਲ ਪੇਸ਼ ਕੀਤਾ, ਜੇਕਰ ਰਾਜਪਾਲ ਸਾਹਿਬ ਇਸੇ ਤਰੀਕੇ ਨਾਲ ਕੱਖ ਨਹੀਂ ਕੋਈ ਉਹਦੇ ਤੇ ਕਾਰਵਾਈ ਕਰਦੇ ਤਾਂ ਇਸ ਤੋਂ ਵੱਡੀ ਸਰਕਾਰ ਦੀ ਹੋਰ ਬਦਨਾਮੀ ਜਿਹੜੀ ਕੀ ਹੋਵੇਗੀ। ਵਿਰੋਧੀਆਂ ਨੂੰ ਬੈਠੇ ਬਿਠਾਇਆ ਹੀ ਇਹਨਾਂ ਨੇ ਇੱਕ ਮੁੱਦਾ ਜਿਹੜਾ ਇਸ ਪੱਖ 'ਚ ਦਿੱਤਾ ਕਿ ਇਹ ਸਿਰਫ ਤੇ ਸਿਰਫ ਇਹ ਉਹੀ ਲਾਈਨ ਉਹਨਾਂ ਨੇ ਵਰਤੀ ਹੈ, ਇੱਕ ਲਾਈਨ ਹੋਰ ਵਰਤੀ ਹੈ ਕਿ ਤੁਸੀਂ ਖਾਸ ਤੌਰ ਤੇ ਇੱਕ ਰਾਜਨੀਤਿਕ ਪਰਿਵਾਰ ਨੂੰ ਬਦਨਾਮ ਕਰਨ ਦੇ ਬੂਟ ਦੇ ਵਿੱਚ ਨੇ ਕਰਨ ਵਾਸਤੇ ਇਹ ਯਤਨ ਕਰ ਰਹੇ ਜੀ। ਤੇ ਇਹੋ ਜਿਹੀਆਂ ਟਿੱਪਣੀਆਂ ਜਦੋਂ ਰਾਜਪਾਲ ਸਾਹਿਬ ਕਿਸੇ ਰਾਜ ਦੇ ਮੁੱਖ ਮੰਤਰੀ ਦੇ ਉੱਤੇ ਕਰਦੇ ਨੇ ਤਾਂ ਕੁਦਰਤੀ ਤੌਰ ਤੇ ਫਿਰ ਉਸ ਸਰਕਾਰ ਦੀ ਉਸ ਮੁੱਖ ਮੰਤਰੀ ਦੀ ਕਾਰਜਸ਼ੈਲੀ ਦੇ ਉੱਤੇ ਪ੍ਰਸ਼ਨ ਚਿੰਨ੍ਹ ਲੱਗਣੇ ਸੁਭਾਵਿਕ ਨੇ ਜਿਹੜੇ ਰਾਜਪਾਲ ਸਾਹਿਬ ਨੇ ਉਠਾਏ ਨੇ ਕਿਉਂਕਿ ਬਾਰ-ਬਾਰ ਤੁਸੀਂ ਇੱਕੋ ਹੀ ਪਰਿਵਾਰ ਦੀ ਗੱਲ ਕਰ ਰਹੇ ਜੇ ਤਾਂ ਫਿਰ ਤੁਹਾਡੀ ਕੀਤੀ ਜਾਂਦੀ ਕਾਰਜਗੁਜ਼ਾਰੀ ਤੁਹਾਡੀ ਕੀਤੀ ਜਾਂਦੀ ਕਾਰਜਸ਼ੈਲੀ ਉਹ ਵੀ ਪ੍ਰਸ਼ਨਾਂ ਦੇ ਘੇਰੇ ਵਿੱਚ ਆ ਜਾਂਦੀ ਆ। ਸੋ ਜੇ ਤੁਸੀਂ ਰਾਜਨੀਤੀ ਕਰਨੀ ਹੈ ਰਾਜਨੀਤੀ ਵੱਖਰੀ ਕਰੋ ਪਰ ਬਤੌਰ ਮੁੱਖ ਮੰਤਰੀ ਤੁਸੀਂ ਸਮੁੱਚੇ ਪੰਜਾਬ ਦੇ ਕਸਟੋਡੀਅਨ ਜੇ ਉਹ ਗੱਲ ਕਰੋ ਜਿਹੜੀ ਸੰਵਿਧਾਨਕ ਅਦਾਰਿਆਂ 'ਚ ਠੀਕ ਹੋਵੇ ਤੇ ਦੂਜੇ ਪਾਸੇ ਕਾਨੂੰਨੀ ਪੱਖ ਤੋਂ ਵੀ ਠੀਕ ਹੋਵੇ ਜੀ। ਚਲੋ ਇੱਥੇ ਤਾਂ ਮਸਲਾ ਫਸਿਆ ਹੁਣ ਐਸਜੀਪੀਸੀ ਦੇ ਅਕਾਊਂਟ ਨੰਬਰ ਨੂੰ ਲੈ ਕੇ ਵੀ ਫਸ ਗਿਆ। ਕੱਲ ਸੁਖਬੀਰ ਸਿੰਘ ਬਾਦਲ ਹੋਣਾ ਨੇ ਇੱਕ ਪ੍ਰੈਸ ਕਾਨਫਰੰਸ ਮਾਫ ਕਰਨਾ ਇੱਕ ਬਾਈਟ ਦਿੱਤੀ ਮੀਡੀਆ ਨੂੰ, ਕਹਿੰਦੇ ਕਿ ਐਸਜੀਪੀਸੀ ਬੜੀ ਵਧੀਆ ਕੰਮ ਕਰ ਰਹੀ ਹੈ। ਐਸਜੀਪੀਸੀ ਦਾ ਕਹਿੰਦੇ ਇੱਕ ਅਕਾਊਂਟ ਨੰਬਰ ਜਾਰੀ ਕਰ ਰਹੇ ਆ ਜਾਂ ਕਰਤਾ, ਕਹਿੰਦੇ ਉਹਦੇ ਵਿੱਚ ਜਿਹੜਾ ਵੀ ਜਿੰਨੇ ਕੁ ਵੀ ਕਰ ਸਕਦਾ 5 ਰੁਪਏ 10 ਰੁਪਏ ਕਹਿੰਦੇ ਉਹ ਤੁਸੀਂ ਐਸਜੀਪੀਸੀ ਨੂੰ ਜ਼ਰੂਰ ਦਿਓ ਕਿਉਂਕਿ ਐਸਜੀਪੀਸੀ ਵਧੀਆ ਮਦਦ ਕਰ ਰਹੀ ਹੈ ਔਰ ਐਸਜੀਪੀਸੀ ਕਰ ਵੀ ਰਹੀ ਹੈ ਹਰ ਪੀੜਤਾਂ ਦੀ ਮਦਦ। ਤਾਂ ਇੱਥੇ ਭਗਵੰਤ ਮਾਨ ਸਾਹਿਬ ਉਹਨਾਂ ਨੂੰ ਫੇਰ ਉਹੀ ਤੰਜ ਕਸਣ ਵਾਲੀ ਗੱਲ ਮਿਲ ਗਈ। ਉਹ ਕਹਿੰਦੇ ਜੀ ਸੁਖਬੀਰ ਸਿੰਘ ਬਾਦਲ ਦੱਸੋ ਕਿਹੜੇ ਹਿਸਾਬ ਦੇ ਨਾਲ ਇੱਥੇ ਕਰ ਰਹੇ ਆ, ਉਹਨਾਂ ਕੋਲੇ ਕੀ ਅਧਿਕਾਰ ਆ, ਉਹ ਕਿਸੇ ਅਧਿਕਾਰ ਦੇ ਨਾਲ ਹੀ ਦੱਸ ਰਹੇ ਆ ਅਕਾਊਂਟ ਨੰਬਰ। ਮੈਂ ਸਮਝੋ ਬਾਹਰ ਆ, ਸਾਰੀ ਦੁਨੀਆ ਨੂੰ ਪਤਾ ਕਿ ਉਹਨਾਂ ਦੀ ਸ਼੍ਰੋਮਣੀ ਅਕਾਲੀ ਦਲ ਦੇ ਐਸਜੀਪੀਸੀ ਮੈਂਬਰ ਜਿੱਤ ਕੇ ਐਸਜੀਪੀਸੀ ਦੇ ਵਿੱਚ ਨੇ, ਉਹਨਾਂ ਦੀ ਐਸਜੀਪੀਸੀ ਚੱਲ ਰਹੀ ਹੈ, ਉਹਨਾਂ ਦੀ ਪਾਰਟੀ ਦੀ ਹੈ ਔਰ ਹਲੇ ਵੀ ਭਗਵੰਤ ਮਾਨ ਸਾਹਿਬ ਅਣਜਾਣ ਨੇ। ਕੋਈ ਚੱਜ ਦਾ ਮੁੱਦਾ ਤੇ ਬੋਲਣ ਤਾਂ ਵਧੀਆ ਗੱਲ ਹੈ, ਹੁਣ ਜਿਹਦੇ ਬਾਰੇ ਸਾਰਿਆਂ ਨੂੰ ਪਤਾ ਹੈ ਕਿ ਉਹਨਾਂ ਦੇ ਹੱਥ ਵੱਸ ਚੱਲਦਾ ਹੈ ਤੇ ਫਿਰ ਭਗਵੰਤ ਮਾਨ ਸਾਹਿਬ ਇਹਦੇ ਵਿੱਚ ਨਵੀਂ ਗੱਲ ਜਿਹੜੀ ਆ ਉਹ ਕੀ ਕਰ ਰਹੇ ਆ। ਔਰ ਮੈਨੂੰ ਲੱਗਦਾ ਕਿ ਭਗਵੰਤ ਮਾਨ ਨੂੰ ਸਮਝ ਲੈਣਾ ਚਾਹੀਦਾ ਕਿ ਉਸੇ ਅਧਿਕਾਰ ਦੇ ਨਾਲ ਸੁਖਬੀਰ ਸਿੰਘ ਬਾਦਲ ਬੋਲ ਰਹੇ ਨੇ ਜਿਸ ਅਧਿਕਾਰ ਦੇ ਨਾਲ ਤੁਹਾਡੀ ਸਰਕਾਰ ਦੇ ਬਾਰੇ ਰਾਘਵ ਚੱਡਾ ਤੇ ਕੇਜਰੀਵਾਲ ਬੋਲਦੇ। ਸੁਖਵਿੰਦਰ ਜੀ ਪਹਿਲਾਂ ਤਾਂ ਆਪਾਂ ਗੱਲ ਥੋੜੀ ਜਿਹੀ ਦਰੁਸਤ ਕਰ ਲਈਏ ਕਿ ਜੋ ਕੁਝ ਸੁਖਬੀਰ ਸਿੰਘ ਬਾਦਲ ਹੋਣਾ ਨੇ ਕਿਹਾ ਉਹਨਾਂ ਨੇ ਦਰਬਾਰ ਸਾਹਿਬ ਦੇ ਅਕਾਊਂਟ ਦੀ ਗੱਲ ਕੀਤੀ। ਦਰਬਾਰ ਸਾਹਿਬ ਦਾ ਉਹਨਾਂ ਨੇ ਕਿਹਾ ਅਕਾਊਂਟ ਨੰਬਰ ਆ ਜਾਰੀ ਕਰ ਦਿੱਤਾ ਜਾਵੇਗਾ ਜਿਹਦੇ ਵਿੱਚ ਕੋਈ 5 ਰੁਪਏ 10 ਰੁਪਏ ਜੋ ਵੀ ਬੰਦਾ ਜਾਰੀ ਆਪਣੀ ਸ਼ਰਧਾ ਅਨੁਸਾਰ ਜਮ੍ਹਾਂ ਕਰਾ ਸਕਦਾ। ਤੇ ਸੁਖਵਿੰਦਰ ਜੀ ਦਰਬਾਰ ਸਾਹਿਬ ਦਾ ਉਹ ਅਕਾਊਂਟ ਨੰਬਰ ਮੇਰੇ ਕੋਲ ਵੀ ਹੈਗਾ, ਬੜੇ ਹੋਰ ਲੋਕਾਂ ਕੋਲ ਵੀ ਹੈਗਾ ਜੋ ਆਪਣੇ ਸ਼ਰਧਾ ਦੇ ਮੁਤਾਬਕ ਉਸ ਦੇ ਵਿੱਚ ਪੈਸੇ ਜਿਹੜੇ ਆਨਲਾਈਨ ਜਿਹੜੇ ਉਹ ਜਮ੍ਹਾਂ ਕਰਾ ਸਕਦੇ ਆ। ਇਹਦੇ ਵਿੱਚ ਕੋਈ ਏਡੀ ਵੱਡੀ ਗੱਲ ਨਹੀਂ। ਤਾਂ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਤਰੀਕੇ ਨਾਲ ਬੀਤੇ ਦੌਰ 'ਚ ਕੰਮ ਕਰ ਰਹੀ ਹੈ ਖਾਸ ਤੌਰ ਤੇ ਹਰ ਪੀੜਤਾਂ ਦੇ ਪ੍ਰਸੰਗ ਦੇ ਵਿੱਚ ਔਰ ਜੇ ਇਸ ਪ੍ਰਸੰਗ ਦੇ ਵਿੱਚ ਆਣ ਕੇ ਜਿਹੜੀਆਂ ਸਥਿਤੀਆਂ ਤੁਸੀਂ ਬਿਆਨ ਕਰਦੇ ਕਿ ਪਾਰਟੀ ਉਹਨਾਂ ਐਸਜੀਪੀਸੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਮੈਂਬਰਾਂ ਦੀ ਹੈ ਤੇ ਜੇਕਰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਇਸ ਗੱਲ ਤੇ ਸੰਗਤਾਂ ਕੋਲ ਸਹਿਯੋਗ ਮੰਗਦਾ, ਨਾਨਕ ਨਾਮ ਦੇਵਾ ਸਿੱਖ ਸੰਗਤਾਂ ਕੋਲ ਸਹਿਯੋਗ ਮੰਗਦਾ ਕਿ ਹਾਂ ਭਾਈ 2 ਰੁਪਏ 5 ਰੁਪਏ 10 ਰੁਪਏ ਦਰਬਾਰ ਸਾਹਿਬ ਦਾ ਜਿਹੜਾ HDFC ਦਾ ਅਕਾਊਂਟ ਆ, HDFC ਤਾਂ ਨਹੀਂ ਕਿਹਾ ਉਹਨਾਂ ਦਰਬਾਰ ਸਾਹਿਬ ਦਾ ਅਕਾਊਂਟ ਦੀ ਗੱਲ ਕੀਤੀ ਉਹ 'ਚ ਤੁਸੀਂ ਜਮ੍ਹਾਂ ਕਰਾ ਦਿਓ
ਤਾਂ ਮੇਰਾ ਨਹੀਂ ਖਿਆਲ ਇਹਦੇ ਵਿੱਚ ਕਿਸੇ ਨੂੰ ਕੋਈ ਇਤਰਾਜ਼ ਹੋਣਾ ਚਾਹੀਦਾ। ਹਰ ਬੰਦਾ ਕਹਿ ਸਕਦਾ ਕਿ ਕੋਈ ਵੀ ਬੰਦਾ ਕਹਿ ਸਕਦਾ ਕਿ ਭਾਈ ਦਰਬਾਰ ਸਾਹਿਬ ਸ਼ਰਧਾ ਦੇ ਮੁਤਾਬਕ ਤੁਸੀਂ ਜਾ ਕੇ ਕੋਈ ਦਾਨ ਦਿਓ। ਹਰ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਹਰ ਪੀੜਤਾਂ ਵਾਸਤੇ ਕੰਮ ਕਰ ਰਹੀ ਹੈ, ਤੇ ਚਲੋ ਸਾਨੂੰ ਸਾਰਿਆਂ ਨੂੰ ਆਪੋ ਆਪਣੀ ਸਮਰੱਥਾ ਦੇ ਅਨੁਸਾਰ ਜਿਹੜਾ ਸਹਿਯੋਗ ਜਿਹੜਾ ਦੇਣਾ ਚਾਹੀਦਾ। ਪਰ ਉਹੀ ਗੱਲ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਕਿ ਅਨੁਭਵਹੀਨਤਾ ਤੇ ਇੱਕ ਕਾਹਲੀਪਨ ਜਿਹੜਾ ਆ ਸਾਡੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਸਾਹਿਬ ਕੋ ਦੋ ਗੁਣ ਉਹਨਾਂ ਦੇ ਜ਼ਰੂਰ ਨੇ। ਉਹਨਾਂ ਨੇ ਇਹ ਵੇਖਣਾ ਹੁੰਦਾ ਕਿ ਸੁਖਬੀਰ ਸਿੰਘ ਬਾਦਲ ਨੇ ਕੀ ਕਿਹਾ, ਨਵਜੋਤ ਸਿੰਘ ਸਿੱਧੂ ਨੇ ਨਹੀਂ ਕਿਹਾ, ਮਾਫ ਕਰਨਾ ਪ੍ਰਤਾਪ ਸਿੰਘ ਬਾਜਵਾ ਨੇ ਕੀ ਕਿਹਾ, ਜਾਂ ਹੋਰ ਬੰਦਿਆਂ ਨੇ ਕੀ ਕਿਹਾ। ਜਿਹੜਾ ਉਹਨਾਂ ਦਾ ਆਈਟੀ ਸੈੱਲ ਆ, ਮੇਰਾ ਖਿਆਲ ਉਹ ਇਸੇ ਕੰਮ ਤੇ ਲੱਗਾ ਕਿ ਜਿਹੜਾ ਵੀ ਅਸੀਂ ਉਸ ਟਵੀਟ ਦਾ ਵਿਰੋਧ ਕਰਦਾ, ਉਸ ਟਵੀਟ ਜਿਹੜਾ ਕੀਤਾ ਜਾਂਦਾ ਜਾਂ ਜਿਹੜੀ ਕੋਈ ਬਿਆਨ ਆਉਂਦੀ, ਕਦੇ ਵੀ ਉਹਨਾਂ ਨੇ ਉਸ ਦੀ ਸਾਰਥਕਤਾ ਨੂੰ ਸਮਝਣ ਦਾ ਯਤਨ ਹੀ ਨਹੀਂ ਕੀਤਾ, ਜਿਸ ਕਾਰਨ ਉਹਨਾਂ ਦੇ ਕੀਤੇ ਗਏ ਟਵੀਟ ਜਾਂ ਉਹਨਾਂ ਵੱਲੋਂ ਕੀਤੀ ਗਈ ਬਿਆਨਬਾਜ਼ੀ ਉਹਨਾਂ ਵਾਸਤੇ ਕਈ ਵਾਰੀ ਹਾਸੇ ਦਾ ਪਾਤਰ ਜਿਹੜੀ ਬਣ ਜਾਂਦੀ ਆ ਤੇ ਉਹਨਾਂ ਨੂੰ ਬੈਕਫੁੱਟ ਤੇ ਲੈ ਜਾਂਦੀ ਆ। ਜ਼ਰੂਰੀ ਨਹੀਂ ਹੁਣ ਜਿਸ ਤਰੀਕੇ ਨਾਲ ਆਹ ਤਾਂ ਇੱਕ ਟਵੀਟ ਮੈਨੂੰ ਵੀ ਸਮਝ ਨਹੀਂ ਹੈ ਕਿ ਇਸ ਟਵੀਟ ਦਾ ਫਾਇਦਾ ਕੀ ਸੀ ਜਿਹੜਾ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਦੇ ਸੰਬੰਧ ਵਿੱਚ ਦਿੱਤਾ। ਅੱਜ ਤੋਂ 4 ਦਿਨ ਪਹਿਲਾਂ ਇੱਕ ਟਵੀਟ ਆਇਆ ਜਿਹਦੇ ਵਿੱਚ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ, ਬਚੀ ਕੁਚੀ ਕਾਂਗਰਸ, ਹੁਣ ਇਹੋ ਜਿਹੇ ਜਿਹੜੇ ਬਿਆਨ ਨੇ ਖਾਸ ਤੌਰ ਤੇ ਅਜਿਹੇ ਮੌਕਿਆਂ ਦੇ ਤੇ ਦੇਣੇ ਸੁਖਵਿੰਦਰ ਜੀ ਕਿਸੇ ਵੀ ਪੱਖ ਤੋਂ ਵਾਜਬ ਨਹੀਂ ਆ। ਹਾਂ, ਜੇਕਰ ਇਹ ਬਿਆਨ ਦੇਣੇ ਨੇ ਦਿਓ ਤਾਂ ਫਿਰ ਤੁਹਾਡੀ ਪਾਰਟੀ ਦਾ ਪ੍ਰਧਾਨ ਜਿਹੜਾ ਪੰਜਾਬ ਦੇ ਵਿੱਚ ਆ ਉਹਨੂੰ ਦਿਓ। ਬਤੌਰ ਮੁੱਖ ਮੰਤਰੀ ਤੁਸੀਂ ਕਿਸੇ ਦੇ ਟਵੀਟ ਕੱਸਦੇ ਜਾਂ ਕਿਸੇ ਦੇ ਬਿਆਨ ਦਿੰਦੇ ਕਿਸੇ ਵੀ ਪੱਖ ਦੇ ਵਿੱਚ ਸਹੀ ਨਹੀਂ ਆਖੇ ਜਾ ਸਕਦੇ। ਬੀਤੇ ਦੌਰ ਦੇ ਵਿੱਚ ਮੈਂ ਬੜੇ ਮੁੱਖ ਮੰਤਰੀਆਂ ਨੂੰ ਵੇਖਿਆ, ਮੈਂ ਬੇਅੰਤ ਸਿੰਘ ਵਰਗੇ ਮੁੱਖ ਮੰਤਰੀ ਨੂੰ ਵੇਖਿਆ ਕਿ ਜਿਹੜਾ ਅਕਾਲੀਆਂ ਦਾ ਕੱਟੜ ਵਿਰੋਧੀ ਸੀ, ਪਰ ਕਦੇ ਉਹਨੇ ਵੀ ਕਦੇ ਨਾਮ ਲੈ ਕੇ ਪ੍ਰਕਾਸ਼ ਸਿੰਘ ਬਾਦਲ ਜਾਂ ਆਪਣੇ ਗੁਰਚਰਨ ਸਿੰਘ ਟੌਹੜਾ ਜਾਂ ਹੋਰ ਬੰਦਿਆਂ ਦੇ ਕਦੇ ਵੀ ਇਹੋ ਜਿਹੇ ਬਿਆਨ ਜਿਹੜੇ ਉਹਨੇ ਜਾਰੀ ਨਹੀਂ ਕੀਤੇ ਸਨ, ਜਿਹੋ ਜਿਹੀ ਇੱਕ ਨਵੀਂ ਜਿਹੜੀ ਪਿਰਤ ਆ ਮਾਨ ਸਾਹਿਬ ਵੱਲੋਂ ਪਾਈ ਜਾ ਰਹੀ ਆ। ਸੋ ਠੀਕ ਆ, ਰਾਜਨੀਤੀ ਕਰੋ, ਪਰ ਹੁਣ ਤੁਸੀਂ ਮੁੱਖ ਮੰਤਰੀ ਦੇ ਅਹੁਦੇ ਤੇ ਜੇ, ਇਹ ਤੁਹਾਡੇ ਦਾਇਰੇ ਤੋਂ ਬਾਹਰ ਆ। ਇਹਦੀਆਂ ਗੱਲਾਂ ਤੋਂ ਬਚਣਾ ਜਿਹੜਾ ਜ਼ਰੂਰ ਚਾਹੀਦਾ, ਜਿਸ ਨਾਲ ਤੁਹਾਡੀ ਗਰਮਾਂ ਨੂੰ ਸੱਟ ਵੱਜਦੀ ਹੋਵੇ ਜਾਂ ਕੋਈ ਵੀ ਟਵੀਟ ਜਿਹੜਾ ਜਾਰੀ ਨਹੀਂ ਹੋਣਾ ਚਾਹੀਦਾ ਜੀ। ਚਲੋ ਅੰਸ਼ ਸਾਹਿਬ ਦੇ ਸਾਡੇ ਨਾਲ ਪ੍ਰੋਗਰਾਮ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਰਾਜਸਥਾਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਜਿਨ੍ਹਾਂ ਦੇ ਵੱਲੋਂ ਨਾਮ ਸਬਕ ਸਾਡੇ ਨਾਲ ਗੱਲਬਾਤ ਕੀਤੀ ਗਈ। ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਊ। ਦੁਬਾਰਾ ਫਿਰ ਮਿਲਾਂਗੇ। ਧੰਨਵਾਦ।